ਗੁਰਬਾਣੀ ਤੇ ਵਿਗਿਆਨ 'ਚ ਫਰਕ ਕੀ ਹੈ? ਵਿਗਿਆਨ ਜੋ ਹੈ ਇਹ ਜੋ ਧਰਮ ਹੈ ਉਸ ਦਾ ਇੱਕ ਬਹੁਤ ਹੀ ਵਧੀਆ ਸੁਮੇਲ ਹੋ ਸਕਦਾ ਹੈ। ਪਰ ਗੁਰਬਾਣੀ ਤਾਂ ਪਹਿਲਾਂ ਸੀ, ਜੋ ਕੁਝ 550 ਪਹਿਲਾਂ ਦੱਸ ਦਿੱਤਾ ਸੀ। ਵਿਗਿਆਨ ਤਾਂ ਹਜੇ ਅੱਜ ਲੱਭਦਾ ਫਿਰਦਾ ਉਸ ਚੀਜ਼ ਨੂੰ। ਗੁਰੂ ਸਾਹਿਬ ਨੇ ਤਾਂ ਕਰੋੜਾਂ ਬ੍ਰਹਿਮੰਡਾਂ ਦੀ ਗੱਲ ਕੀਤੀ ਹੈ ਜੀ। ਅੱਜ ਵਿਗਿਆਨ ਨੇ ਵੀ ਇਹ ਐਲਾਨੀਆਂ ਇਹ ਚੀਜ਼ ਦੇ ਉੱਤੇ ਰਿਸਰਚ ਕਰਕੇ ਮੋਹਰ ਲਾ ਦਿੱਤੀ ਹੈ ਕਿ ਬ੍ਰਹਿਮੰਡ ਵੀ ਇੱਕ ਨਹੀਂ ਹੈ। ਮੈਂ ਹੋਰ ਤੁਹਾਨੂੰ ਇਸ ਤੋਂ ਵੀ ਅੱਗੇ ਦੀ ਗੱਲ ਦੱਸ ਦਿੰਦਾ ਵਾਂ, ਜਿਹੜੀ ਕਿ ਹਾਲੇ ਅੱਗੇ ਜਾ ਕੇ ਪਤਾ ਨਹੀਂ ਕਦੋਂ ਇਹ ਮਨੁੱਖਤਾ ਦੀ ਪਹੁੰਚ ਵਿੱਚ ਆਏਗੀ, ਪਕੜ ਦੇ ਵਿੱਚ ਆਏਗੀ। ਗੁਰੂ ਸਾਹਿਬ ਨੇ ਵੀ ਦੱਸਿਆ ਵੀ ਇਹਦਾ ਪਿੱਛਾ ਕਿਵੇਂ ਕੀਤਾ ਜਾ ਸਕਦਾ ਹੈ। ਹਰ ਦੇਸ਼ ਚਾਹੁੰਦਾ ਪੂਰੀ ਦੁਨੀਆ ਦੇ ਵਿੱਚ ਮੈਂ ਛਾ ਜਾਵਾਂ, ਸਾਰੀ ਦੁਨੀਆ ਤੇ ਮੇਰਾ ਕਬਜ਼ਾ ਹੋ ਜਾਏ। ਅਮਰੀਕਾ ਕਹਿੰਦਾ ਸਾਰੀ ਦੁਨੀਆ ਤੇ ਮੈਂ ਛਾ ਜਾਵਾਂ, ਚਾਈਨਾ ਕਹਿੰਦਾ ਮੈਂ ਛਾ ਜਾਵਾਂ। ਪਰ ਗੁਰੂ ਗ੍ਰੰਥ ਸਾਹਿਬ ਸਿਰਫ 4 ਸ਼ਬਦਾਂ ਦੇ ਵਿੱਚ ਪੂਰੀ ਦੁਨੀਆ ਨੂੰ ਜਿੱਤਣ ਦਾ ਫਾਰਮੂਲਾ ਜਪਜੀ ਸਾਹਿਬ ਦੇ ਵਿੱਚ ਦੇ ਰਹੇ ਨੇ। ਇੰਨਾ ਪਰਮਾਣੂ ਬੰਬ, ਇੰਨਾ ਵਿਨਾਸ਼ਕਾਰੀ ਸਮਾਨ ਧਰਤੀ ਦੇ ਉੱਤੇ ਤਿਆਰ ਹੋ ਗਿਆ ਹੈ, ਇਸ ਧਰਤੀ ਨੂੰ ਭਾਵੇਂ ਤੁਸੀਂ 1000 ਵਾਰੀ ਗਰਕ ਕਰ ਲਓ। ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਜਗਮੀਤ ਸਿੰਘ ਖੱਪਿਆਂ ਵਾਲੀ। ਜਿਵੇਂ ਵੱਖ-ਵੱਖ ਮੁੱਦਿਆਂ ਤੇ ਕੋਈ ਵੀ ਗੱਲਬਾਤ ਹੁੰਦੀ ਆ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਸਾਹਮਣੇ ਕੀਤੀ ਜਾਵੇ, ਕਿਉਂਕਿ ਸਾਡੀ ਕੋਸ਼ਿਸ਼ ਤੇ ਤੁਸੀਂ ਕਈ ਉਮੀਦਾਂ ਵੀ ਲਾਈਆਂ ਹੁੰਦੀਆਂ ਨੇ ਤੇ ਅਸੀਂ ਇਸੇ ਕਰਕੇ ਸਾਡੀ ਕੋਸ਼ਿਸ਼ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦੀ ਹੈ। ਇਸੇ ਤਰ੍ਹਾਂ ਕੋਈ ਵੱਖਰਾ ਵਿਸ਼ਾ ਹੁੰਦਾ ਹੈ, ਕਦੀ ਸਿਆਸਤ ਦਾ ਵਿਸ਼ਾ ਹੁੰਦਾ ਹੈ, ਧਾਰਮਿਕ ਵਿਸ਼ਾ ਹੁੰਦਾ ਹੈ, ਖੇਡਾਂ ਨਾਲ ਸੰਬੰਧਿਤ ਵਿਸ਼ਾ ਹੁੰਦਾ। ਸਾਡੀ ਕੋਸ਼ਿਸ਼ ਹੁੰਦੀ ਹੈ ਹਰੇਕ ਵਿਸ਼ੇ ਤੇ ਤੁਹਾਨੂੰ ਸਨਮੁਖ ਹੋਇਆ ਜਾਵੇ, ਤੁਹਾਨੂੰ ਜਾਣੂ ਕਰਵਾਇਆ ਜਾਵੇ ਕੀ ਕੁਛ ਦੁਨੀਆ ਦੇ ਵਿੱਚ ਵਿਚਰ ਰਿਹਾ। ਇਸੇ ਤਰ੍ਹਾਂ ਅੱਜ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਇੰਦਰਪਾਲ ਸਿੰਘ, ਜੋ ਕਿ ਇੱਕ ਵਿਗਿਆਨ ਦੇ ਟੀਚਰ ਵੀ ਨੇ ਸਰਕਾਰੀ ਸਕੂਲ ਦੇ ਵਿੱਚ, ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਮੁੱਖ ਸੇਵਾਦਾਰ ਨੇ ਫਿਰੋਜ਼ਪੁਰ ਤੋਂ। ਉਹਨਾਂ ਨਾਲ ਗੱਲਬਾਤ ਕਰਾਂਗੇ। ਸਾਡਾ ਵਿਸ਼ਾ ਹੈਗਾ ਅੱਜ ਦਾ ਗੁਰਬਾਣੀ ਅਤੇ ਵਿਗਿਆਨ। ਗੁਰਬਾਣੀ ਕੀ ਕਹਿੰਦੀ ਹੈ ਅਤੇ ਵਿਗਿਆਨ ਕੀ ਕਹਿੰਦੀ ਹੈ। ਅੱਜ ਕੱਲ੍ਹ ਬਹੁਤ ਜ਼ਿਆਦਾ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇਹਨਾਂ ਚੀਜ਼ ਦੀ ਭੰਬਲ ਪੂਸੀ ਪਾਈ ਹੋਈ ਹੈ ਕਿ ਵਿਗਿਆਨ ਅੱਗੇ ਹੈ, ਗੁਰਬਾਣੀ ਅੱਗੇ ਹੈ। ਪਰ ਅਸਲ ਵਿੱਚ ਸੱਚ ਕੀ ਹੈ? ਸੱਚ ਜ਼ਿਆਦਾਤਰ ਲੋਕਾਂ ਨੂੰ ਪਤਾ ਵੀ ਆ, ਪਰ ਜਾਣਬੁੱਝ ਕੇ ਉਹ ਵਿਗਿਆਨ ਨੂੰ ਅੱਗੇ ਵੀ ਕਰ ਰਹੇ ਨੇ। ਪਰ ਇਸ ਚੀਜ਼ ਦਾ ਸੱਚ ਕੀ ਆ, ਉਹ ਸੱਚ ਨੂੰ ਜਾਣਨ ਦੇ ਲਈ ਸਾਡੇ ਨਾਲ ਇੰਦਰਪਾਲ ਸਿੰਘ ਅੱਜ ਵਿਗਿਆਨ ਦੇ ਟੀਚਰ ਵੀ ਨੇ, ਜੋ ਸਰਕਾਰੀ ਸਕੂਲ ਦੇ ਵਿੱਚ ਸੇਵਾਵਾਂ ਵੀ ਨਿਭਾ ਰਹੇ ਨੇ। ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਫਤਿਹ ਅੱਜ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਗੁਰਬਾਣੀ ਤੇ ਵਿਗਿਆਨ 'ਚ ਫਰਕ ਕੀ ਹੈ? ਦੇਖੋ ਜੀ, ਸਭ ਤੋਂ ਪਹਿਲਾਂ ਮੈਂ ਦੇਸ਼ ਵਿਦੇਸ਼ ਤੋਂ ਜੋ ਸੰਗਤ ਇਹ ਪ੍ਰੋਗਰਾਮ ਦੇਖ ਰਹੀ ਹੈ ਉਹਨਾਂ ਨੂੰ ਫਤਿਹ ਅਰਜ਼ ਕਰਨੀ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਗਿਆਨ ਇੱਕ ਬਹੁਤ ਹੀ ਵਧੀਆ ਸੁੰਦਰ ਇੱਕ ਵਿਸ਼ਾ ਹੈ ਤੇ ਜਦੋਂ ਅਸੀਂ ਵਿਗਿਆਨ ਦੀ ਗੱਲ ਕਰਦੇ ਹਾਂ, ਕਿਉਂਕਿ ਅਸੀਂ ਕਹਿੰਦੇ ਹਾਂ ਵੀ ਇਹ ਜਿਹੜਾ ਸਮਾਂ ਚੱਲ ਰਿਹਾ ਹੈ ਇੱਕ ਵਿਗਿਆਨਕ ਯੁੱਗ ਚੱਲ ਰਿਹਾ ਹੈ। ਅਸੀਂ ਇਹ ਆਮ ਹੀ ਗੱਲ ਸੁਣਦੇ ਹਾਂ ਹਰ ਕਿਸੇ ਦੇ ਮੂੰਹ ਦੇ ਵਿੱਚੋਂ। ਤੇ ਵਿਗਿਆਨ ਔਰ ਧਰਮ ਇਹ ਇੱਕ ਆਪਸ ਦੇ ਵਿੱਚ ਇਸ ਤਰ੍ਹਾਂ ਕਹਿ ਲਓ ਵੀ ਵਿਗਿਆਨ ਜੋ ਹੈ ਇਹ ਜੋ ਧਰਮ ਹੈ ਉਸ ਦਾ ਇੱਕ ਬਹੁਤ ਹੀ ਵਧੀਆ ਸੁਮੇਲ ਹੋ ਸਕਦਾ ਹੈ। ਜਿਵੇਂ ਕਿ ਵਿਗਿਆਨ ਜੋ ਹੈ ਉਹ ਪਦਾਰਥ ਨੂੰ ਤੋੜਦਾ ਹੈ, ਪਦਾਰਥ ਨੂੰ ਤੋੜ ਤੋੜ ਕੇ ਉਹ ਸੱਚ ਲੱਭਣ ਦੀ ਕੋਸ਼ਿਸ਼ ਕਰਦਾ ਹੈ ਔਰ ਉਹ ਤੋੜ ਕੇ ਸਭ ਤੋਂ ਛੋਟੇ ਕਣ ਇੱਕ ਪਰਮਾਣੂ ਤੇ ਪਹੁੰਚ ਜਾਂਦਾ। ਇਸੇ ਤਰੀਕੇ ਨਾਲ ਜੋ ਧਰਮ ਹੈ ਉਹ ਸੁਰਤੀ ਨੂੰ ਜੋੜ ਜੋੜ ਕੇ ਉਸ ਪਰਮ ਸੱਤ ਦੇ ਨਾਲ ਜੁੜ ਜਾਂਦਾ ਤੇ ਬੰਦੇ ਨੂੰ ਜੋੜ ਦਿੰਦਾ। ਇਹ ਇਹਨਾਂ ਦੇ ਵਿੱਚ ਆਪਸ 'ਚ ਦੋਨੋਂ ਹੀ ਸੱਤ ਦੀ ਖੋਜ ਕਰਦੇ ਨੇ, ਦੋਨੋਂ ਹੀ ਇੱਕ ਟਰੁੱਥ ਦੀ ਖੋਜ ਕਰਦੇ ਨੇ। ਤੋ ਕਿਸੇ ਵੀ ਇਹੋ ਜਿਹੀ ਚੀਜ਼, ਧਰਮ ਵੀ ਔਰ ਵਿਗਿਆਨ ਵੀ ਕਿਸੇ ਵੀ ਇਹੋ ਜਿਹੀ ਚੀਜ਼ ਨੂੰ ਅਸੈਪਟ ਨਹੀਂ ਕਰਦੇ ਜਿਸ ਦਾ ਕੋਈ ਬੇਸ ਨਾ ਹੋਵੇ, ਜਿਸ ਦਾ ਕੋਈ ਆਧਾਰ ਨਾ ਹੋਵੇ, ਜਿਸ ਦੇ ਮਗਰ ਕੋਈ ਲੌਜਿਕ ਨਾ ਹੋਵੇ। ਤੋ ਇਹ ਇਹਨਾਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਪਰਸਪਰ ਸੰਬੰਧ ਹੈ ਜੀ। ਵਿਗਿਆਨ ਇੱਕ ਛੋਟੀ ਜਿਹੀ ਇਕਾਈ ਹੈ, ਧਰਮ ਇੱਕ ਵਿਸ਼ਾਲ ਹੈ। ਉਹ ਮਨੁੱਖ ਦੇ ਹਰ ਪਹਿਲੂ ਤੋਂ, ਉਸ ਦੇ ਜਿੰਨੇ ਵੀ ਉਸ ਮਨੁੱਖ ਦੇ ਨਾਲ ਸੰਬੰਧਿਤ ਜਿੰਨੇ ਵੀ ਪਹਿਲੂ ਨੇ ਉਹਨਾਂ ਸਾਰਿਆਂ ਨੂੰ ਵਿਗਿਆਨ ਧਰਮ ਜੋ ਹੈ ਉਹ ਵੇਖਦਾ ਹੈ ਔਰ ਉਸ ਦੇ ਅਨੁਸਾਰ ਮਨੁੱਖ ਨੂੰ ਗਾਈਡ ਕਰਦਾ ਹੈ ਔਰ ਮਨੁੱਖ ਨੂੰ ਉਸ ਨੂੰ ਚੱਲਣ ਦੇ ਉੱਪਰ ਮਦਦ ਕਰਦਾ ਹੈ, ਜਿਸ ਦੇ ਨਾਲ ਜੋ ਮਨੁੱਖ ਹੈ ਉਹ ਇੱਕ ਪਰਮ ਅਵਸਥਾ ਤੱਕ ਪਹੁੰਚਦਾ ਹੈ।
ਜੀ ਬਿਲਕੁਲ, ਜਿਵੇਂ ਤੁਸੀਂ ਬਹੁਤ ਸੋਹਣਾ ਜਵਾਬ ਦਿੱਤਾ ਹੈ। ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਸਵਾਲ ਕਰਦੇ ਹਾਂ ਕਿ ਗੁਰਬਾਣੀ ਤੇ ਵਿਗਿਆਨ ਦੇ ਮੁਤਾਬਕ ਜੀਵਨ ਦੀ ਉਤਪਤੀ ਕਿਵੇਂ ਹੋਈ? ਹਾਂਜੀ, ਇਹ ਇੱਕ ਦੇਖੋ ਮੇਰੇ ਵਾਸਤੇ ਇੱਕ ਇਹ ਵਿਸ਼ਾ, ਕਿਉਂਕਿ ਮੈਂ ਇੱਕ ਵਿਗਿਆਨ ਵਿਸ਼ੇ ਦਾ, ਮੈਂ ਤਾਂ ਚਲੋ ਅਧਿਆਪਕ ਅੱਜ ਬਣ ਗਏ ਹਾਂ, ਪਰ ਮੈਂ ਆਪਣੇ ਆਪ ਨੂੰ ਹਾਲੇ ਵੀ ਇੱਕ ਵਿਦਿਆਰਥੀ ਹੀ ਸਮਝਦਾ ਜੀ। ਔਰ ਗੁਰੂ ਸਾਹਿਬਾਨ ਨੇ ਸਾਨੂੰ ਨਾਮ ਹੀ ਸਿੱਖ ਦਾ ਦਿੱਤਾ ਹੈ ਵੀ ਸ਼ਿਸ਼ਯ ਸਟੂਡੈਂਟ ਜਿਹਨੇ ਹਮੇਸ਼ਾ ਸਿੱਖਦੇ ਹੀ ਰਹਿਣਾ ਹੈ। ਤੋ ਇਹ ਜਦੋਂ ਮੈਂ ਵਿਗਿਆਨ ਪੜ੍ਹਦਾ ਸੀਗਾ, ਸੁਰਤੀ ਗੁਰਬਾਣੀ ਨਾਲ ਵੀ ਜੁੜ ਜਾਂਦੀ ਸੀ ਔਰ ਗੁਰਬਾਣੀ ਦੀ ਪੰਕਤੀ ਸਾਹਮਣੇ ਆ ਜਾਂਦੀ ਸੀ। ਵਿਗਿਆਨ ਦੇ ਵਿੱਚ ਪੜ੍ਹਿਆ, ਮੈਂ ਪੜ੍ਹਦਾ ਜਦੋਂ ਵਿਗਿਆਨ ਪੜ੍ਹਿਆ, ਉਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਜੀਵਨ ਦੀ ਉਤਪਤੀ ਪਾਣੀ ਤੋਂ ਹੋਈ। ਤੇ ਜਦੋਂ ਮੈਂ ਗੁਰਬਾਣੀ ਦੀ ਇੱਕ ਪੰਕਤੀ ਅਚਾਨਕ ਹੀ ਉੱਥੇ ਸਾਡੇ ਲਿਖੀ ਆ ਗਈ, ਇੱਕ ਪਾਣੀ ਵਾਲੀ ਜਗ੍ਹਾ ਸੀ ਪੀਣ ਵਾਸਤੇ ਬਣੀ ਹੋਈ ਗੁਰਦੁਆਰਾ ਸਾਹਿਬ ਦੇ ਵਿੱਚ, ਉਹਦੇ ਉੱਪਰ ਲਿਖਿਆ ਸੀ ਪਹਿਲਾਂ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ, ਵੀ ਜੀਵਨ ਦੀ ਜਿਹੜੀ ਉਤਪਤੀ ਹੈ ਉਹ ਪਾਣੀ ਤੋਂ ਹੋਈ ਹੈ, ਪਹਿਲਾਂ ਪਾਣੀ ਜੀਓ ਹੈ। ਵੀ ਪਾਣੀ, ਤੇ ਵਿਗਿਆਨ ਵੀ ਇਹੀ ਮੰਨ ਰਿਹਾ ਕਿ ਜੀਵਨ ਦੀ ਉਤਪਤੀ, ਜਿਹੜੇ ਪਹਿਲੀ ਜੀਵ ਸੈੱਲ ਜਿਹੜਾ ਹੈ ਬਣਿਆ ਹੈ, ਜੀਵਨ ਦੀ ਪਹਿਲੀ ਕੋਸ਼ਿਕਾ ਜਿਹੜੀ ਬਣੀ ਹੈ ਉਹ ਪਾਣੀ ਦੇ ਵਿੱਚ ਬਣੀ ਹੈ ਜੀ, ਪਾਣੀ ਤੋਂ ਬਣੀ ਹੈ ਉਤਪਤੀ। ਗੁਰੂ ਸਾਹਿਬਾਨ ਨੇ ਦਸਵੰਧ ਦੀ ਜਿਹੜੀ ਮਹਾਨਤਾ ਸਿੱਖ ਧਰਮ ਦੇ ਵਿੱਚ ਦਿੱਤੀ ਹੈ, ਤੇ ਵਿਗਿਆਨ ਉਸ ਬਾਰੇ ਕੀ ਕਹਿੰਦਾ? ਹਾਂਜੀ, ਇਸੇ ਤਰ੍ਹਾਂ ਹੀ ਜਦੋਂ ਵਿਗਿਆਨ ਵਿਸ਼ੇ ਨੂੰ ਪੜ੍ਹਦੇ ਰਹੇ ਜਾਂ ਬੱਚਿਆਂ ਨੂੰ ਪੜ੍ਹਾਉਣ ਲੱਗ ਪਏ, ਤੇ ਉਹਦੇ ਵਿੱਚ ਇੱਕ ਚੀਜ਼ ਆਈ, ਸਾਹਮਣੇ ਆਈ ਕਿ ਮੈਂ ਹੈਰਾਨ ਹੋ ਗਿਆ ਵੀ 10% ਲਾ ਆਫ ਐਨਰਜੀ, ਊਰਜਾ ਦਾ 10% ਨਿਯਮ, ਉਹਦੇ ਵਿੱਚ ਜਦੋਂ ਉਹਦੇ ਸਾਹਮਣੇ ਕਲੈਰੀਫਿਕੇਸ਼ਨ ਆਈ ਕਿ ਮੈਂ ਸੂਰਜ ਜੋ ਹੈ, ਆਪਾਂ ਨੂੰ ਪਤਾ ਵੀ ਸਾਰੀ ਐਨਰਜੀ ਦਾ ਮੇਨ ਸੋਮਾ ਜਿਹੜਾ ਹੈ, ਜਿਹੜਾ ਸੋਰਸ ਹੈ, ਉਹ ਸਾਰੀ ਊਰਜਾ ਦਾ ਸਰੋਤ ਜਿਹੜਾ ਹੈ ਧਰਤੀ ਦੇ ਉੱਪਰ, ਉਹ ਸੂਰਜ ਹੈ। ਤੇ ਸੂਰਜ ਆਪਣੀ ਊਰਜਾ ਦਾ 10% ਧਰਤੀ ਨੂੰ ਦੇ ਰਿਹਾ। ਧਰਤੀ ਦੇ ਉੱਤੇ ਉਹ ਪੌਦੇ 10% ਲੈ ਰਹੇ ਨੇ। ਪੌਦੇ ਨੂੰ ਖਾਂਦਾ ਹੈ ਜੀ ਸ਼ਾਕਾਹਾਰੀ ਜੀਵ, ਉਹ ਸ਼ਾਕਾਹਾਰੀ ਜੀਵਾਂ ਨੂੰ 10% ਉਹਦੀ ਜਿਹੜੀ ਹੈ ਊਰਜਾ ਮਿਲ ਰਹੀ ਹੈ। ਸ਼ਾਕਾਹਾਰੀ ਨੂੰ ਜਦੋਂ ਮਾਸਾਹਾਰੀ ਖਾ ਜਾਂਦਾ ਹੈ, ਉਹਦਾ 10% ਉਹਦੇ ਵਿੱਚ ਟਰਾਂਸਫਰ ਹੋ ਜਾਂਦਾ ਜੀ। ਇਸ ਤਰ੍ਹਾਂ ਹਰ ਕੋਈ ਆਪਣੀ ਕਮਾਈ ਦਾ 10% ਅੱਗੇ ਦੇ ਰਿਹਾ ਹੈ। ਤੋ ਇਹੀ ਸਾਨੂੰ ਗੁਰੂ ਸਾਹਿਬਾਨਾਂ ਨੇ ਸਾਨੂੰ ਕਿਹਾ ਕਿ ਹੇ ਮਨੁੱਖ, ਹੇ ਸਿੱਖ, ਤੂੰ ਜਿਹੜਾ ਹੈ ਆਪਣੀ ਕਮਾਈ ਦਾ 10ਵਾਂ ਹਿੱਸਾ ਜ਼ਰੂਰਤਮੰਦਾਂ ਨੂੰ ਦੇ। ਕੁਦਰਤ ਦੇ ਅਟਲ ਨਿਯਮ, ਭਾਵੇਂ ਉਹਨੂੰ 10% ਲਾ ਆਫ ਐਨਰਜੀ ਕਹਿ ਲਓ ਜਾਂ ਉਹਨੂੰ ਦਸਵੰਧ ਦਾ ਨਿਯਮ ਕਹਿ ਲਓ, ਵੀ ਉਹ ਕੁਦਰਤ ਨੇ ਆਪਣਾ ਜਿਹੜਾ ਹਿੱਸਾ ਹੈ, ਕੁਦਰਤ ਖੁਦ ਉਸ ਜਿਹੜਾ ਦਸਵੰਧ ਦੇ ਨਿਯਮ ਦੇ ਉੱਤੇ ਪੂਰੀ ਤਰ੍ਹਾਂ ਪਹਿਰਾ ਦੇ ਰਹੀ ਹੈ। ਉਸੇ ਤਰ੍ਹਾਂ ਹੀ ਸਾਨੂੰ ਵੀ ਉਹ ਜਿਹੜਾ ਹੈ ਨਿਯਮ ਮਨੁੱਖ ਨੂੰ ਮੰਨਣਾ ਹੀ ਪਏਗਾ, ਨਹੀਂ ਤਾਂ ਉਹ ਕੁਦਰਤ ਆਪਣੇ ਤਰੀਕੇ ਦੇ ਨਾਲ ਉਸ ਚੀਜ਼ ਨੂੰ ਜਿਹੜਾ ਹੈ ਆਪਣਾ ਹਿੱਸਾ ਉਹਨੇ ਆਪਣੇ ਤਰੀਕੇ ਨਾਲ ਪ੍ਰਾਪਤ ਕਰ। ਜ਼ਿਆਦਾਤਰ ਲੋਕ ਕਹਿੰਦੇ ਨੇ ਕਿ ਦਸਵੰਧ ਦੇਖ ਕੇ ਬਾਬਿਆਂ ਵੱਲੋਂ ਜਾਂ ਸੰਸਥਾਵਾਂ ਵੱਲੋਂ ਚਲਾਈ ਹੋਈ ਇੱਕ ਪਰੰਪਰਾ ਹੈਗੀ ਹੈ, ਕੁਛ ਇਹਦੇ 'ਚ ਹੈ ਨਹੀਂ। ਗੁਰੂ ਸਾਹਿਬਾਨ ਨੇ ਕਿੱਥੇ ਕਿਹਾ ਸੀਗਾ, ਇਹ ਸਿਰਫ ਇਹਨਾਂ ਨੇ ਆਪਦੇ ਘਰ ਚਲਾਉਣ ਦੇ ਲਈ ਇਹਨਾਂ ਨੇ ਕਹਿਤਾ ਦਸਵੰਧ ਕੱਢਣਾ ਜ਼ਰੂਰੀ ਹੈ, ਤੇ ਸਾਥੋਂ ਠੱਗੀ ਠੋਰੀ ਮਾਰ ਰਹੇ ਨੇ। ਦੇਖੋ ਜੀ, ਇਹ ਜਿਹੜੀ ਚੀਜ਼ ਹੈ ਮੈਂ ਦੇਖ ਰਿਹਾ ਵਾਂ ਕਿ ਗੁਰੂ ਸਾਹਿਬ ਨੇ ਆਪਾਂ ਨੂੰ ਕਿਹਾ ਵੀ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ, ਵੀ ਸਾਨੂੰ ਦੇਖਣਾ ਪਏਗਾ ਵੀ ਅਸੀਂ ਉਸ ਦਸਵੰਧ ਦੀ ਉਹ ਜਿੰਨਾ ਅਕਲੀ ਕੀਚੇ ਦਾਨ ਜਿਹੜਾ ਉਹ ਅਕਲ ਨਾ ਕਰਨਾ, ਜਿਹੜਾ ਅਸੀਂ ਦਸਵੰਧ ਲਗਾਉਣਾ ਉਹ ਅਸੀਂ ਬੜੇ, ਅੱਜ ਬਹੁਤ ਵਧੀਆ ਲੱਗ ਰਿਹਾ ਹੈ ਵੀ ਅੱਜ ਸਿੱਖ ਜਿਹੜਾ ਹੈ ਸੁਚੇਤ ਹੋ ਚੁੱਕਾ ਹੈ, ਬੜੇ ਲੋਕ ਸੁਚੇਤ ਹੋ ਚੁੱਕੇ ਨੇ ਸਾਰੇ ਧਰਮਾਂ ਦੇ, ਔਰ ਉਹ ਬਜਾਏ ਇਸ ਦੇ ਕਿ ਲੋਕਾਂ ਨੂੰ ਪੈਸੇ ਦੇਣ ਦੀ ਬਜਾਏ ਇਹ ਡਾਇਰੈਕਟ ਜਿਹੜਾ ਹੈ ਸੇਵਾ ਕਰ ਰਹੇ ਨੇ ਲੋਕ ਇਹੋ ਜਿਹੇ ਜ਼ਰੂਰਤਮੰਦਾਂ ਨੂੰ, ਭਾਵੇਂ ਉਹ ਮੋਦੀਖਾਨੇ ਦੇ ਰੂਪ ਵਿੱਚ ਹੋਵੇ। ਆਪਾਂ ਦੇਖ ਰਹੇ ਹਾਂ ਲੋਕੀ ਗਰੀਬ ਮਦਦ ਕਰ ਰਹੇ ਨੇ, ਬਿਮਾਰ ਲੋਕਾਂ ਦੀ ਮਦਦ ਕਰ ਰਹੇ ਨੇ, ਆਪਣਾ ਦਸਵੰਧ ਜਿਹੜਾ ਬਿਮਾਰ ਲੋਕਾਂ ਨੂੰ ਵੀ ਦੇ ਰਹੇ ਨੇ, ਐਜੂਕੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਖਰਚਾ ਕਰ ਰਹੇ ਨੇ ਆਪਣੇ ਦਸਵੰਧ ਦਾ। ਤੋਂ ਮੇਰੇ ਹਿਸਾਬ ਦੇ ਨਾਲ ਇਹ ਬਹੁਤ ਵਧੀਆ, ਜੇ ਦਸਵੰਧ ਜਿੱਥੇ ਜ਼ਰੂਰੀ ਹੈ ਕੁਦਰਤ ਦੇ ਅਟਲ ਨਿਯਮ ਅਨੁਸਾਰ 10% ਲਾ ਆਫ ਐਨਰਜੀ ਵੀ ਕਹਿ ਲਓ ਜਾਂ ਦਸਵੰਧ ਦਾ ਨਿਯਮ, ਜਿਵੇਂ ਉਸ ਦੇ ਵਿੱਚ ਇਹ ਦਸਵੰਧ ਦੇਣਾ ਜ਼ਰੂਰੀ ਹੈ, ਉਸੇ ਤਰੀਕੇ ਨਾਲ ਓਨਾ ਹੀ ਜ਼ਰੂਰੀ ਹੈ ਵੀ ਅਸੀਂ ਪਰਮਾਤਮਾ ਨੇ, ਉਹਨਾਂ ਨੇ ਆਪਾਂ ਨੂੰ ਜਿਹੜਾ ਦਿਮਾਗ ਦਿੱਤਾ ਉਹਦੀ ਵਰਤੋਂ ਕਰਕੇ ਆਪਣਾ ਇਹ ਜਿਹੜਾ ਦਸਵੰਧ ਹੈ ਸਹੀ ਜਗ੍ਹਾ ਤੇ ਦਈਏ। ਇਹ ਫਿਰ ਆਪਣਾ ਜਿਹੜਾ ਕੀ ਫਰਜ਼ ਹੈ, ਜਿਹੜਾ ਦਸਵੰਧ ਉਹ ਕਿਹੜੇ ਹਿੱਸੇ ਲਾਇਆ ਜਾਵੇ? ਦਸਵੰਧ ਸਿੱਖ ਦਾ ਦਸਵੰਧ ਇਹ ਹੈ ਕਿ ਉਹ ਜਦੋਂ ਉਹ ਚੀਜ਼ ਨੂੰ ਦੇਖੇ, ਵਿਚਾਰੇ, ਔਰ ਆਪਣਾ ਜਿਹੜਾ ਦਸਵੰਧ ਹੈ ਜ਼ਰੂਰਤਮੰਦ ਨੂੰ ਲਾਵੇ। ਜਿਵੇਂ ਕਹਿੰਦੇ ਵੀ ਆਪਣੇ ਇੱਕ ਸਿੱਖ ਧਰਮ ਦੇ ਵਿੱਚ ਇੱਕ ਆਮ ਹੀ ਕਹਾਵਤ ਪ੍ਰਚਲਿਤ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਤੋ ਇਹ ਸਹੀ ਜਗ੍ਹਾ ਦੇ ਉੱਤੇ ਦਸਵੰਧ ਲੱਗਣਾ ਚਾਹੀਦਾ। ਜਿਵੇਂ ਵਿਗਿਆਨ ਦੇ ਮੁਤਾਬਕ ਹੋਰ ਕੁਝ ਕਿਹਾ ਜਾਂਦਾ ਹੈ, ਗੁਰਬਾਣੀ ਦੇ ਮੁਤਾਬਕ ਬਹੁਤ ਕੁਛ ਹੈ। 550 ਸਾਲ ਪਹਿਲਾਂ ਹੀ ਜੋ ਗੁਰਬਾਣੀ ਨੇ ਕਹਿ ਦਿੱਤਾ ਸੀ, ਵਿਗਿਆਨ ਅੱਜ ਉਹਨਾਂ ਚੀਜ਼ਾਂ ਤੇ ਖੋਜ ਕਰ ਰਿਹਾ, ਸਾਰੇ ਚੀਜ਼ ਨੂੰ ਮੰਨਦੇ ਆ।
ਫਿਰ ਵੀ ਇਹਨਾਂ ਚੀਜ਼ਾਂ 'ਚ ਉਲਝੇ ਹੋਏ ਨੇ ਕਿ ਵਿਗਿਆਨ ਅੱਗੇ ਆ, ਵਿਗਿਆਨ ਦਾ ਯੁੱਗ ਆ ਗਿਆ, ਵਿਗਿਆਨ ਦੇ ਮੁਤਾਬਕ ਚੱਲੋ। ਤੁਹਾਨੂੰ ਕੀ ਲੱਗਦਾ ਵੀ ਉਹਨਾਂ ਨੂੰ ਇਸ ਚੀਜ਼ 'ਚ ਉਲਝਣਾ ਨਹੀਂ ਚਾਹੀਦਾ ਤੇ ਗੁਰਬਾਣੀ ਦੇ ਮੁਤਾਬਕ ਵਿਗਿਆਨ ਨੂੰ ਵੀ ਮੰਨ ਲੈਣਾ ਚਾਹੀਦਾ? ਪਰ ਗੁਰਬਾਣੀ ਤਾਂ ਪਹਿਲਾਂ ਸੀ, ਜੋ ਕੁਝ 550 ਪਹਿਲਾਂ ਦੱਸ ਦਿੱਤਾ ਸੀ, ਵਿਗਿਆਨ ਤਾਂ ਹਜੇ ਅੱਜ ਲੱਭਦਾ ਫਿਰਦਾ ਉਸ ਚੀਜ਼ ਨੂੰ। ਬਿਲਕੁਲ ਜੀ, ਇਹ ਗੱਲ ਬਿਲਕੁਲ ਸਹੀ ਹੈ। ਇਹੋ ਜਿਹੀਆਂ ਤੁਹਾਨੂੰ ਮੈਂ ਬਹੁਤ ਸਾਰੀਆਂ ਅਨੇਕਾਂ ਉਦਾਹਰਨਾਂ ਦੇ ਸਕਦਾ ਵਾਂ ਕਿ ਵਿਗਿਆਨ ਮੰਨਦੀ ਸੀਗੀ ਕਿ ਜੋ ਇਹ ਸਾਰੀ ਸ੍ਰਿਸ਼ਟੀ ਹੈ ਇਹਦਾ ਸਭ ਤੋਂ ਵੱਡਾ ਜਿਹੜਾ ਇੱਕ ਵੱਡੀ ਜਿਹੜੀ ਇਕਾਈ ਹੈ ਉਹ ਮੰਨਦੀ ਸੀਗੀ ਕਿ ਵੀ ਵੱਧ ਤੋਂ ਵੱਧ ਆਪਾਂ ਚਲੇ ਜਾਈਏ ਤਾਂ ਬ੍ਰਹਿਮੰਡ ਹੈ। ਜਿਵੇਂ ਕਿ ਗੁਰਬਾਣੀ ਦੇ ਵਿੱਚ ਆਪਾਂ ਸਾਰੇ ਲੋਕ ਇੱਕ ਪੰਕਤੀ ਬੋਲਦੇ ਨੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਇਹ ਪੰਕਤੀ ਬੋਲਦੇ ਨੇ। ਪਰ ਇਸ ਤੋਂ ਵੀ ਉੱਤੇ ਗੁਰੂ ਸਾਹਿਬ ਨੇ ਤਾਂ ਕਰੋੜਾਂ ਬ੍ਰਹਿਮੰਡਾਂ ਦੀ ਗੱਲ ਕੀਤੀ ਹੈ ਜੀ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਜਿਹੜੇ ਕਰੋੜ ਬ੍ਰਹਿਮੰਡ। ਅੱਜ ਵਿਗਿਆਨ ਨੇ ਵੀ ਇਹ ਐਲਾਨੀਆਂ ਇਹ ਚੀਜ਼ ਦੇ ਉੱਤੇ ਰਿਸਰਚ ਕਰਕੇ ਮੋਹਰ ਲਾ ਦਿੱਤੀ ਹੈ ਕਿ ਬ੍ਰਹਿਮੰਡ ਵੀ ਇੱਕ ਨਹੀਂ ਹੈ। ਪਹਿਲਾ ਵਿਗਿਆਨ ਇਹੀ ਮੰਨ ਰਹੀ ਸੀ ਕਿ ਬ੍ਰਹਿਮੰਡ ਯੂਨੀਵਰਸ ਸਭ ਤੋਂ ਵੱਡੀ ਇਕਾਈ ਹੈ, ਪਰ ਅੱਜ ਵਿਗਿਆਨ ਯੂਨੀਵਰਸ ਦੀ ਬਜਾਏ ਮਲਟੀਵਰਸ ਦੇ ਉੱਤੇ ਕੰਮ ਕਰ ਰਹੀ ਹੈ। ਮਲਟੀਵਰਸ ਦਾ ਕਨਸੈਪਟ ਦਿੱਤਾ ਹੈ, ਯਾਨੀ ਕਿ ਕਰੋੜਾਂ ਹੀ ਬ੍ਰਹਿਮੰਡ ਨੇ, ਕਈ ਬ੍ਰਹਿਮੰਡ ਨੇ। ਤੇ ਗੁਰਬਾਣੀ ਤਾਂ 550 ਸਾਲ ਪਹਿਲਾਂ ਹੀ ਇਸ ਚੀਜ਼ ਨੂੰ ਐਲਾਨੀਆ ਕਿ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਕਰੋੜਾਂ ਹੀ ਬ੍ਰਹਿਮੰਡ ਨੇ, ਇੱਕ ਬ੍ਰਹਿਮੰਡ ਕਹਿ ਦਿੰਦੇ ਨਾ 7 ਪਤਾਲ ਨੇ ਤੇ 7 ਹੀ ਆਕਾਸ਼ ਨੇ। ਗੁਰਬਾਣੀ ਇਸ ਮੁਤਾਬਕ ਤੁਹਾਡੇ ਜਿਵੇਂ ਪੂਰੀ ਵਿਸਥਾਰ ਸਹਿਤ ਦੱਸਿਓ, ਕੁਝ ਤੁਸੀਂ ਦੱਸਿਆ ਵੀ ਆ, ਕੁਝ ਹੋਰ ਵੀ ਡੂੰਘਾ ਕਰਕੇ ਅਰਥ ਦੱਸਿਓ ਵੀ ਕੀ ਕਹਿੰਦੀ ਹੈ ਗੁਰਬਾਣੀ। ਦੇਖੋ ਜੀ, ਤੁਸੀਂ ਮੈਂ ਕਹਿੰਦਾ ਸਿਰਫ ਇੱਕ ਜਪਜੀ ਸਾਹਿਬ ਦੇ ਵਿੱਚ ਇੰਨਾ ਕੁ ਗਿਆਨ ਛੁਪਿਆ ਪਿਆ ਇਸ ਚੀਜ਼ ਦੇ ਪ੍ਰਤੀ। ਕਈ ਲੋਕ, ਕਿਸੇ ਨੇ 7 ਕਹੇ, ਕਿਸੇ ਨੇ ਕਿੰਨੇ ਕਹੇ, ਆਕਾਸ਼ ਕਹੇ, ਪਤਾਲ। ਗੁਰੂ ਸਾਹਿਬ ਕਹਿੰਦੇ ਨਹੀਂ, ਉਹ ਗਿਣਤੀਆਂ ਮਿਣਤੀਆਂ ਤੋਂ ਪਰੇ ਹੈ। ਜੋ ਉਸ ਦੀ ਰਚਨਾ ਹੈ, ਇੱਕ ਪੰਕਤੀ ਜਿਵੇਂ ਕਹਿੰਦੇ ਨੇ ਜਪਜੀ ਸਾਹਿਬ ਗਾਗਰ ਦੇ ਵਿੱਚ ਸਾਗਰ ਭਰਨ ਦੇ ਬਰਾਬਰ ਹੈ। ਔਰ ਬਿਲਕੁਲ ਸਹੀ ਹੈ। 1-2 ਲਾਈਨਾਂ ਦੇ ਵਿੱਚ, ਸ਼ਬਦ ਦੇ ਵਿੱਚ ਗੁਰੂ ਸਾਹਿਬ ਕਰ ਰਹੇ ਨੇ ਕਿ ਬਹੁਤਾ ਕਹੀਏ ਬਹੁਤਾ ਹੋਏ। ਜਿੰਨੀ ਦੇਰ ਤੱਕ ਆਪਾਂ ਗੱਲ ਕਰ ਰਹੇ ਹਾਂ, ਇਹ ਬ੍ਰਹਿਮੰਡ ਜਿਹੜਾ ਹੈ ਇਹ ਉਨੀ ਦੇਰ ਤੱਕ ਪਤਾ ਨਹੀਂ ਕਿੰਨਾ ਵਿਸ਼ਾਲ ਫੈਲ ਗਿਆ ਹੈ। ਇਹ ਲਗਾਤਾਰ ਫੈਲ ਰਿਹਾ ਹੈ, ਇਹਦਾ ਕੋਈ ਅੰਤ ਨਹੀਂ ਹੈ। ਇਹ ਲਗਾਤਾਰ ਫੈਲੀ ਜਾ ਰਿਹਾ ਹੈ ਬਹੁਤ ਜ਼ਿਆਦਾ। ਔਰ ਨਾ ਸਿਰਫ ਗੁਰੂ ਸਾਹਿਬ ਨੇ ਇਹ ਦੱਸਿਆ ਵੀ ਇਹ ਤਾਂ ਇੰਨੀ ਸਪੀਡ ਨਾਲ ਫੈਲ ਰਿਹਾ ਹੈ ਬ੍ਰਹਿਮੰਡ ਜਿਹਦੇ ਤੱਕ ਮਨੁੱਖ ਦੀ ਪਹੁੰਚ ਨਹੀਂ ਹੈ। ਮੈਂ ਹੋਰ ਤੁਹਾਨੂੰ ਇਸ ਤੋਂ ਵੀ ਅੱਗੇ ਦੀ ਗੱਲ ਦੱਸ ਦਿੰਦਾ ਵਾਂ, ਜਿਹੜੀ ਕਿ ਹਾਲੇ ਅੱਗੇ ਜਾ ਕੇ ਪਤਾ ਨਹੀਂ ਕਦੋਂ ਇਹ ਮਨੁੱਖਤਾ ਦੀ ਪਹੁੰਚ ਵਿੱਚ ਆਏਗੀ, ਪਕੜ ਦੇ ਵਿੱਚ ਆਏਗੀ। ਗੁਰੂ ਸਾਹਿਬ ਨੇ ਵੀ ਦੱਸਿਆ ਵੀ ਇਹਦਾ ਪਿੱਛਾ ਕਿਵੇਂ ਕੀਤਾ ਜਾ ਸਕਦਾ। ਜੋ ਲਗਾਤਾਰ ਇੰਨੀ ਸਪੀਡ ਨਾਲ ਬ੍ਰਹਿਮੰਡ ਫੈਲ ਰਿਹਾ ਹੈ, ਇਹਦਾ ਪਿੱਛਾ ਆਪਾਂ ਕਿਵੇਂ ਕਰ ਸਕਦੇ ਹਾਂ। ਗੁਰੂ ਸਾਹਿਬ ਨੇ ਇਸ ਚੀਜ਼ ਦੀ ਦੱਸਦੇ, ਪ੍ਰਮਾਣੂ ਪਰਜੰਤ ਆਕਾਸ਼ੈ ਦੀਪ ਲੋ ਸ਼ਿਕੰਡਨੈ ਗਸ਼ੇਨ ਨੈਣ ਭਰੇਨ ਨਾਨਕ ਬਿਨਾ ਸਾਧੂ ਨਾ ਸਿੱਧਤੇ। ਕਹਿੰਦੇ ਜੇ ਕੋਈ ਉਹਨੇ ਇਸ ਦਾ ਪਿੱਛਾ ਕਰਨਾ ਹੈ ਕਿ ਬ੍ਰਹਿਮੰਡ ਕਿੰਨਾ ਫੈਲ ਰਿਹਾ, ਇਹਦਾ ਪਿੱਛਾ ਕਰਨਾ, ਉਹਨੂੰ ਇੱਕ ਛੋਟੇ ਜਿਹੇ ਪਰਮਾਣੂ ਦਾ ਰੂਪ ਧਾਰਨ ਕਰਨਾ ਪਏਗਾ। ਕਿਉਂਕਿ ਜੇ ਉਹ ਜ਼ਿਆਦਾ ਜਦੋਂ ਕਿਸੇ ਚੀਜ਼ ਦੀ ਮਨੁੱਖ ਕੋਲ ਹਾਲੇ ਕੋਈ ਵਿਗਿਆਨ ਦੇ ਕੋਲ ਇਹੋ ਜਿਹਾ ਸਾਧਨ ਨਹੀਂ ਹੈ ਕਿ ਉਹ ਇਸ ਬ੍ਰਹਿਮੰਡ ਦੀ ਜਿਹੜੀ ਹੈ ਸਪੀਡ ਹੈ ਉਹਦਾ ਪਿੱਛਾ ਕਰ ਸਕੇ। ਪਰ ਜੇ ਕਿਸੇ ਨੇ ਕਰਨਾ, ਜਦੋਂ ਸਪੀਡ ਵਧਾਉਂਦੇ ਨੇ ਤੇ ਉਹਦਾ ਜਿਹੜਾ ਮਾਸ ਹੁੰਦਾ, ਪੁੰਜ ਜਿਹੜਾ ਹੁੰਦਾ ਹੈ, ਉਹ ਵਿੱਚੇ ਅੜਿੱਕਾ ਬਣ ਜਾਂਦਾ ਹੈ। ਪੁੰਜ ਜਿਹੜਾ ਹੈ, ਗੁਰੂ ਸਾਹਿਬ ਕਹਿੰਦੇ ਇੱਕ ਪਰਮਾਣੂ ਜਿੱਡਾ ਹੋ ਤੇ ਤੂੰ ਇੱਕ ਅੱਖ ਦੇ ਛਿੰਨ ਭਰ ਦੇ ਵਿੱਚ ਸਾਰੇ ਬ੍ਰਹਿਮੰਡ ਦਾ ਚੱਕਰ ਲਾਇਆ। ਮਤਲਬ ਕਿ ਉਹਨਾਂ ਨੇ ਦੱਸਿਆ ਹੈ ਵੀ ਜੇ ਕਿਸੇ ਨੇ ਬ੍ਰਹਿਮੰਡ ਦਾ ਚੱਕਰ ਲਾਣਾ ਹੈ ਤਾਂ ਉਹਨੂੰ ਇੱਕ ਪਰਮਾਣੂ ਜਿੱਡਾ ਹੋਣਾ ਪਏਗਾ। ਐਟਮ ਦੀ ਵੀ ਗੱਲ ਕੀਤੀ ਹੋਈ ਹੈ। ਸ਼ਾਇਦ ਅਸੀਂ ਕਿਤੇ ਸਾਡੇ ਮਨ ਦੇ ਵਿੱਚ ਆ ਜਾਂਦਾ ਹੈ ਕਿ ਇਹ ਵਿਗਿਆਨ ਤੇ ਧਰਮ ਇਹ ਨਹੀਂ। ਗੁਰਬਾਣੀ ਦੇ ਵਿੱਚ ਜੋ ਦੱਸਿਆ ਹੋਇਆ ਹੈ ਉਹ ਬਹੁਤ ਅੱਗੇ ਦੀਆਂ ਗੱਲਾਂ ਦੱਸੀਆਂ ਹੋਈਆਂ ਹੈ। ਖੋਜ ਦਾ ਵਿਸ਼ੇ ਹੈ, ਵਿਚਾਰ ਦਾ ਵਿਸ਼ੇ ਹੈ ਗੁਰਬਾਣੀ ਦੇ ਵਿੱਚ। ਇਸ ਕਰਕੇ ਇਸੇ ਤਰੀਕੇ ਨਾਲ ਅਸੀਂ ਪਰਮਾਣੂਆਂ ਦੀ ਗੱਲ ਕੀਤੀ। ਅੱਜ ਸਾਡੇ ਦੇਸ਼ਾਂ ਦੀ ਗੱਲ ਕਰੀਏ, ਪਾਕਿਸਤਾਨ ਦੇਸ਼ ਦੀ ਗੱਲ ਕਰੀਏ, ਚੀਨ ਦੀ ਗੱਲ ਕਰੀਏ, ਕਹਿੰਦੇ ਪਰਮਾਣੂ ਬਹੁਤ ਤਗੜੇ ਤਿਆਰ ਕਰ ਲਏ, ਪਰ ਜੋ ਗੁਰਬਾਣੀ ਦੇ ਵਿੱਚ ਦੱਸਤਾ ਉਦੋਂ ਵੱਡੇ ਤਾਂ ਪਰਮਾਣੂ ਤਿਆਰ ਹੋ ਹੀ ਨਹੀਂ ਸਕਦੇ। ਬਿਲਕੁਲ ਜੀ, ਇਹ ਚੀਜ਼ ਬਿਲਕੁਲ ਇਸ ਤਰ੍ਹਾਂ ਹੈ ਕਿ ਇੱਕ ਪਰਮਾਣੂ ਜਿਹੜਾ ਹੈ, ਅੱਜ ਇਹਨਾਂ ਨੇ ਪਰਮਾਣੂ ਬੰਬ ਤੋਂ ਵੀ ਵੱਡੇ ਬੰਬ, ਹਾਈਡਰੋਜਨ ਬੰਬ ਵੀ ਤਿਆਰ ਕਰ ਲਏ ਨੇ। ਪਰ ਮੈਂ ਕਈ ਵਾਰੀ ਹੈਰਾਨ ਹੋ ਜਾਂਦਾ ਵਾਂ ਕਿ ਗੁਰੂ ਸਾਹਿਬ ਕਹਿੰਦੇ ਵੀ ਹਰ ਮਨੁੱਖ, ਹਰ ਦੇਸ਼ ਚਾਹੁੰਦਾ ਪੂਰੀ ਦੁਨੀਆ ਦੇ ਵਿੱਚ ਮੈਂ ਛਾ ਜਾਵਾਂ, ਸਾਰੀ ਦੁਨੀਆ ਤੇ ਮੇਰਾ ਕਬਜ਼ਾ ਹੋ ਜਾਏ। ਅਮਰੀਕਾ ਕਹਿੰਦਾ ਸਾਰੀ ਦੁਨੀਆ ਤੇ ਮੈਂ ਛਾ ਜਾਵਾਂ, ਚਾਈਨਾ ਕਹਿੰਦਾ ਮੈਂ ਛਾ ਜਾਵਾਂ। ਪਰ ਗੁਰੂ ਗ੍ਰੰਥ ਸਾਹਿਬ ਸਿਰਫ 4 ਸ਼ਬਦਾਂ ਦੇ ਵਿੱਚ ਪੂਰੀ ਦੁਨੀਆ ਨੂੰ ਜਿੱਤਣ ਦਾ ਫਾਰਮੂਲਾ ਜਪਜੀ ਸਾਹਿਬ ਦੇ ਵਿੱਚ ਦੇ ਰਹੇ ਨੇ। ਉਹ 4 ਸ਼ਬਦ ਕਿਹੜੇ ਨੇ? ਮਨ ਜੀਤੇ ਜਗ ਜੀਤ। ਸਿਰਫ 4, ਜਿਨਨੇ ਆਪਣਾ ਮਨ ਜਿੱਤ ਲਿਆ ਉਹਨੇ ਸਾਰੇ ਜੱਗ ਨੂੰ ਜਿੱਤ ਲਿਆ। ਜੇ ਅਸੀਂ ਗੁਰਬਾਣੀ ਨੂੰ ਛੱਡ ਕੇ ਤੇ ਸਿਰਫ ਅਸੀਂ ਵਿਗਿਆਨ ਦੇ ਮਗਰ ਤੁਰ ਜਾਂਗੇ ਤੇ ਉਹ ਵਿਨਾਸ਼ਕਾਰੀ ਹੋ ਰਿਹਾ ਹੈ। ਵਿਗਿਆਨ ਨੂੰ ਧਰਮ ਤੋਂ, ਗੁਰਬਾਣੀ ਤੋਂ ਸੇਧ ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਜੇ ਉਹਨੇ ਮਨੁੱਖਤਾ ਦਾ ਸੱਚਮੁੱਚ ਜੇ ਉਧਾਰ ਕਰਨਾ ਹੈ, ਮਨੁੱਖਤਾ ਦਾ ਭਲਾ ਕਰਨਾ ਹੈ। ਨਹੀਂ ਤਾਂ ਇੰਨਾ ਪਰਮਾਣੂ ਬੰਬ, ਇੰਨਾ ਵਿਨਾਸ਼ਕਾਰੀ ਸਮਾਨ ਧਰਤੀ ਦੇ ਉੱਤੇ ਤਿਆਰ ਹੋ ਗਿਆ ਹੈ, ਇਸ ਧਰਤੀ ਨੂੰ ਭਾਵੇਂ ਤੁਸੀਂ 1000 ਵਾਰੀ ਗਰਕ ਕਰ ਲਓ।
ਗੁਰਬਾਣੀ ਦੀ ਤੁਸੀਂ ਗੱਲ ਕੀਤੀ ਹੈ, ਗੁਰਬਾਣੀ ਤੋਂ ਇੰਨਾ ਕੁਝ ਸਿੱਖਣ ਨੂੰ ਮਿਲਦਾ ਹੈ। ਸਿੱਖ ਤਾਂ ਸਿੱਖ ਦਾ ਹੀ ਰਹਿੰਦਾ, ਜਿਵੇਂ ਉਹਦਾ ਨਾਂ ਹੀ ਸਿੱਖ ਆ, ਵੀ ਹਮੇਸ਼ਾ ਸਿੱਖਦੇ ਰਹਿਣਾ। ਪਰ ਸਾਡੀ ਨੌਜਵਾਨੀ ਪੀੜ੍ਹੀ ਅੱਜ ਕਿਉਂ ਟੁੱਟ ਰਹੀ ਹੈ, ਗੁਰਬਾਣੀ ਵੱਲ ਕਿਉਂ ਨਹੀਂ ਜੁੜ ਰਹੀ? ਇੱਦਾਂ ਮਤਲਬ ਕਿ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਉਹ ਆਪਸ ਦੇ ਵਿੱਚ ਬਹੁਤ ਇੱਦਾਂ ਉਲਝੇ ਹੋਏ ਨੇ ਕਿ ਗੁਰਬਾਣੀ ਦੀਆਂ ਉਦਾਹਰਨ ਘੱਟ ਦਿੰਦੇ ਨੇ, ਵਿਗਿਆਨ ਦੀ ਉਦਾਹਰਨ ਜ਼ਿਆਦਾ ਦੇ ਦਿੰਦੇ ਨੇ। ਵਿਗਿਆਨ ਇਹ ਕੁਛ ਕਹਿੰਦਾ, ਵਿਗਿਆਨ ਉਹ ਕੁਛ ਕਹਿੰਦਾ। ਇੱਦਾਂ ਕਿਉਂ ਹੋ ਰਿਹਾ? ਇਹਦੇ 'ਚ ਘਾਟ ਕਿੱਥੇ ਆ? ਸਾਡੇ ਪ੍ਰਚਾਰਕਾਂ 'ਚ ਕਮੀ ਆ, ਜਾਂ ਫਿਰ ਸ਼੍ਰੋਮਣੀ ਕਮੇਟੀ ਤੋਂ ਪ੍ਰਚਾਰਕ ਪੈਦਾ ਹੀ ਨਹੀਂ ਕੀਤੇ ਗਏ ਗੇ ਜਿਹੜੇ ਇੱਦਾਂ ਦੇ ਪ੍ਰਚਾਰ ਕਰ ਸਕਣ? ਦੇਖੋ ਜੀ, ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ ਵੀ ਨੌਜਵਾਨ ਪੀੜ੍ਹੀ ਕਿਉਂ ਨਹੀਂ ਜੁੜ ਰਹੀ। ਨੌਜਵਾਨ ਪੀੜ੍ਹੀ ਦੇ ਕੁਝ ਸਵਾਲ ਨੇ ਤੋ ਜੋ ਕਿ ਮੇਰੇ ਹਿਸਾਬ ਦੇ ਨਾਲ ਉਹ ਇੱਕ ਪੜ੍ਹਿਆ ਲਿਖਿਆ ਵਰਗ ਜਿਹੜਾ ਹੈ, ਚੇਤਨ ਵਰਗ ਜਿਹੜਾ ਹੈ, ਉਹ ਉਸ ਚੀਜ਼ ਦਾ ਜਵਾਬ ਦੇ ਸਕਦਾ। ਲੌਜੀਕਲੀ ਗੱਲ ਕਰੋ, ਜਿਹੜੀ ਨੌਜਵਾਨ ਦੇ ਗੱਲ ਦੇ ਵਿੱਚ ਮੈਂ ਉਦਾਹਰਨ ਦੇਣਾ ਜੀ, ਗੁਰੂ ਸਾਹਿਬ ਨੇ 4 ਬੱਜਰ ਕੁਰੈਤਾਂ ਤੋਂ ਸਾਨੂੰ ਰੋਕਿਆ ਕਿ 4 ਬੱਜਰ ਕੁਰੈਤਾਂ ਇਹੋ ਜਿਹੀਆਂ ਨੇ ਜਿਹੜੀਆਂ ਨਹੀਂ ਕਰਨੀਆਂ। ਅੱਜ ਅਸੀਂ ਦੇਖਦੇ ਪਏ ਹਾਂ ਵਿਗਿਆਨ ਦੀ ਕਸਵੱਟੀ ਦੇ ਉੱਤੇ ਜਦੋਂ ਉਸ ਚੀਜ਼ ਤੋਂ ਸਾਨੂੰ ਮਨਾ ਕਰ ਦਿੱਤਾ ਜਾਂਦਾ ਤੇ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਤੰਬਾਕੂ ਦਾ ਸੇਵਨ ਨਹੀਂ ਕਰਨਾ, ਅੱਜ ਵਿਗਿਆਨ ਨੇ ਵੀ ਦੱਸ ਦਿੱਤਾ ਵੀ ਤੰਬਾਕੂ ਦੇ ਸੇਵਨ ਦੇ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਹੁੰਦੀ ਹੈ। ਉਸੇ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਵੀ ਪਰ ਇਸਤਰੀ ਪਰ ਪੁਰਖ ਦਾ ਗਮਨ ਨਹੀਂ ਕਰਨਾ, ਉਹਦੇ ਨਾਲ ਏਡਜ਼ ਵਰਗੀ ਭਿਆਨਕ 2 ਬੱਜਰ ਕੁਰੈਤਾਂ, ਪਹਿਲੀਆਂ 2 ਬੱਜਰ ਕੁਰੈਤਾਂ ਤੇ 2 ਵੱਡੀਆਂ ਦੁਨੀਆ ਦੀਆਂ ਸਭ ਤੋਂ ਖਤਰਨਾਕ ਬਿਮਾਰੀਆਂ ਤੋਂ ਸਾਨੂੰ ਬਚਾ ਲਿਆ ਗੁਰੂ ਸਾਹਿਬ ਨੇ। ਇਸੇ ਤਰੀਕੇ ਨਾਲ ਦੇਖੋ ਤੀਜੀ ਇੱਕ ਹੋਰ ਬੱਜਰ ਕੁਰੈਤ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਮੈਂ ਕਈ ਵਾਰੀ ਕਹਿੰਦਾ ਹੁੰਨਾ ਜਦੋਂ ਅਸੀਂ ਕੈਂਪ ਵਗੈਰਾ ਆਰਗੇਨਾਈਜ਼ ਕਰੀਦੇ ਸਕੂਲਾਂ ਕਾਲਜਾਂ ਦੇ ਵਿੱਚ ਨੌਜਵਾਨਾਂ ਦੇ ਨਾਲ, ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਨਾ ਵਾ ਤੁਸੀਂ ਜਦ ਆਪਣੇ ਆਪ ਨੂੰ ਦੇਖੋ, ਆਪਣੀ ਸ਼ਕਲ ਨੂੰ ਧਿਆਨ ਨਾਲ ਦੇਖੋ ਵੀ ਮਨੁੱਖ ਦੇ ਵਿੱਚ 5 ਗਿਆਨ ਇੰਦਰੀਆਂ ਨੇ, ਆਪਾਂ ਸਾਰਿਆਂ ਨੂੰ ਪਤਾ, ਜਿੰਦੇ ਨਾਲ ਸਾਰਾ ਗਿਆਨ ਮਨੁੱਖ ਹਾਸਲ ਕਰਦਾ ਹੈ। ਉਹ ਹੈ ਅੱਖ, ਨੱਕ, ਕੰਨ, ਜੀਭ ਤੇ ਚਮੜੀ। ਇਹ 5 ਗਿਆਨ ਇੰਦਰੀਆਂ ਨੇ ਜਿਹੜੀਆਂ ਮਨੁੱਖ ਸਾਰਾ ਗਿਆਨ ਹਾਸਲ ਕਰਦਾ ਹੈ। ਇਹ 5 ਗਿਆਨ ਇੰਦਰੀਆਂ ਨੂੰ ਮੈਂ ਬੱਚਿਆਂ ਨੂੰ, ਨੌਜਵਾਨਾਂ ਨੂੰ ਸਵਾਲ ਕਰਦਾ 5 ਗਿਆਨ ਇੰਦਰੀਆਂ ਕਿੱਥੇ ਨੇ? ਤੇ ਉਹ ਜਦੋਂ ਦੱਸਦੇ ਨੇ ਵੀ ਆਹ ਹਿੱਸੇ ਤੇ, ਆਹ ਵਾਲੇ ਹਿੱਸੇ ਤੇ 5 ਗਿਆਨ ਇੰਦਰੀਆਂ, ਧਿਆਨ ਨਾਲ ਦੇਖੋ ਜੀ, ਇਸ ਹਿੱਸੇ ਤੇ ਨੇ। ਫਿਰ ਮੈਂ ਅਗਲਾ ਸਵਾਲ ਕਰਦਾ ਨੌਜਵਾਨ ਨੂੰ ਕਿ ਇਹ 5 ਗਿਆਨ ਇੰਦਰੀਆਂ ਨੂੰ ਕੰਟਰੋਲ ਕੌਣ ਕਰਦਾ ਹੈ? ਤੇ ਨੌਜਵਾਨ ਵੱਲੋਂ ਜਵਾਬ ਆਉਂਦਾ, ਨੌਜਵਾਨਾਂ ਵੱਲੋਂ, ਨੌਜਵਾਨ ਪੀੜ੍ਹੀ ਵੱਲੋਂ ਜਵਾਬ ਆਉਂਦਾ ਜੀ ਦਿਮਾਗ। ਤੇ ਮੈਂ ਕਿਹਾ ਉਹ ਕਿੱਥੇ ਹੈ? ਕਹਿੰਦੇ ਉਹ ਵੀ ਇੱਥੇ ਹੈ ਜੀ, ਉਹਦੇ ਪਿੱਛੇ ਛੁਪਿਆ ਹੈ। ਇਸ ਹਿੱਸੇ ਦੀ ਇੰਪੋਰਟੈਂਸ ਦੇਖੋ ਕਿੰਨੀ ਹੈ। ਤੇ ਮੈਂ ਫਿਰ ਅਗਲਾ ਸਵਾਲ ਕਰਦਾ, ਇਹ ਦੱਸੋ ਸਰੀਰ ਦੇ ਵਿੱਚ ਸਭ ਤੋਂ ਵੱਧ ਕੇਸ ਕਿੱਥੇ ਨੇ, ਰੋਮ ਕਿੱਥੇ ਨੇ? ਤੇ ਉਹ ਵੀ ਇਸੇ ਹਿੱਸੇ ਦੇ ਉੱਤੇ ਸਾਡੇ ਸਭ ਤੋਂ ਵੱਧ ਜਿਹੜੇ ਨੇ ਕੇਸ ਵੀ 5 ਗਿਆਨ ਇੰਦਰੀਆਂ, ਉਹਨਾਂ ਨੂੰ ਕੰਟਰੋਲ ਕਰਨ ਵਾਲਾ ਦਿਮਾਗ, ਤੇ ਉਹਨਾਂ ਨੂੰ ਸਾਰਾ ਇਸੇ ਹਿੱਸੇ ਤੇ ਹੈ। ਔਰ ਸਰੀਰ ਦੇ ਵਿੱਚ ਸਭ ਤੋਂ ਵੱਧ ਕੇਸ ਵੀ ਇਸੇ ਹਿੱਸੇ ਤੇ ਦਿੱਤੇ ਹੈ। ਇਸ ਦੇ ਮਗਰ ਕੋਈ ਰੀਜ਼ਨ ਹੈ ਜੋ ਇਸ ਜਗ੍ਹਾ ਦੇ ਉੱਤੇ ਕੇਸ ਇੰਨੇ ਜਿੱਥੇ ਵੀ ਕੋਈ ਇੰਪੋਰਟੈਂਟ ਆਰਗਨ ਹੈ ਸਾਡੇ ਸਰੀਰ ਦਾ, ਜੇ ਆਰਮ ਪਿਟਸ ਦੇਖੀਏ ਆਪਾਂ, ਕੱਛਾਂ ਦੇ ਵਿੱਚ ਵਾਲ ਨੇ ਤੇ ਉਹ ਰਗੜ ਤੋਂ ਬਚਾਉਂਦੇ ਪਏ ਨੇ। ਜੇ ਅਸੀਂ ਆਪਣੇ ਜਨਨ ਅੰਗਾਂ ਦੇ ਉੱਤੇ ਦੇਖੀਏ ਵਾਲ ਨੇ, ਉਹ ਸਾਨੂੰ ਇਹੋ ਜਿਹੀਆਂ ਭਿਆਨਕ ਬਿਮਾਰੀਆਂ ਤੋਂ ਜਿਹੜੀਆਂ ਸੈਕਸੁਅਲੀ ਟ੍ਰਾਂਸਮਿਟਡ ਡਿਜ਼ੀਜ਼ਸ ਨੇ ਉਹਨਾਂ ਤੋਂ ਬਚਾ ਰਹੀਆਂ, ਜਿਨ੍ਹਾਂ ਨੂੰ ਅਸੀਂ ਐਸਟੀਡੀ ਰੋਗ ਕਹਿੰਦੇ ਆ। ਉਹ ਜਿਹੜੇ ਜਨਨ ਅੰਗਾਂ ਤੇ ਵਾਲ ਨੇ ਉਹ ਸਾਨੂੰ ਉਹਨਾਂ ਬਿਮਾਰੀਆਂ ਤੋਂ ਬਚਾ ਰਹੇ ਨੇ। ਤੋ ਇਸ ਕਰਕੇ ਰੋਮਾਂ ਦੀ ਜਿਹੜੀ ਬੇਅਦਬੀ ਹੈ, ਰੋਮਾਂ ਦੀ ਜਿਹੜੀ ਬੇਹੁਰਮਤੀ ਹੈ, ਉਹ ਗੁਰੂ ਸਾਹਿਬ ਨੇ ਮਨਾ ਕੀਤੀ। ਦੇਖੋ ਇੱਕ 4 ਬੱਜਰ ਕੁਰੈਤਾਂ ਨੇ, 4 ਤੋਂ ਹੀ ਸਾਨੂੰ ਗੁਰੂ ਸਾਹਿਬ ਨੇ ਇੰਨਾ ਵੱਡਾ ਗਿਆਨ। ਅੱਜ ਦਾ ਨੌਜਵਾਨ ਜਿਹੜਾ ਉਹ ਚਾਹੁੰਦਾ ਹੈ ਵੀ ਲੌਜੀਕਲੀ ਕੋਈ ਗੱਲ ਸਾਨੂੰ ਸਮਝਾਵੇ ਜਿਹੜੀ ਉਹਨਾਂ ਨੂੰ ਸਮਝ ਲੱਗ ਸਕੇ। ਠੀਕ ਹੈ ਜੀ, ਇੱਥੋਂ ਦੇਖੋ ਤੁਸੀਂ, ਜੇ ਇੱਕ ਛੋਟੇ ਜਿਹੇ ਰੋਮ ਨੇ ਆਪਣੇ ਆਈਬਰੋ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਇਹ ਸਾਡਾ ਜਿਹੜਾ ਪਾਣੀ ਹੈ ਜਾਂ ਪਸੀਨਾ ਉਹਨੂੰ ਸਾਡੀ ਅੱਖ ਵਿੱਚ ਨਹੀਂ ਪੈਣ ਦਿੰਦੇ। ਇਸੇ ਤਰ੍ਹਾਂ ਪਲਕਾਂ ਦੇ ਵਿੱਚ ਇੰਨਾ ਕੁਛ ਸਾਹਮਣੇ ਆਪਾਂ ਜਦੋਂ ਮੋਟਰਸਾਈਕਲ ਜਾਂ ਕੋਈ ਵਹੀਕਲ ਆਪਾਂ ਚਲਾਉਂਦੇ ਆ, ਆਹ ਜਿਹੜੇ ਪਲਕਾਂ ਦੇ ਵਾਲ ਨੇ ਉਹ ਵੀ ਇੰਨੇ ਇੰਪੋਰਟੈਂਟ ਨੇ, ਨੱਕ ਦੇ ਵਾਲ, ਨਾਸਾ ਦੇ ਵਾਲ। ਔਰ ਮੈਂ ਤੁਹਾਨੂੰ ਦੱਸਾਂ ਵੀ ਇਹ ਸਮਾਂ ਦੂਰ ਨਹੀਂ ਹੈ, ਬਹੁਤ ਸਾਰੀਆਂ ਸਟੱਡੀਜ਼ ਇਹੋ ਜਿਹੀਆਂ ਹੋ ਗਈਆਂ ਨੇ ਕਿ ਜਿਹੜੇ ਸੂਰਜ ਦੀਆਂ ਅਲਟਰਾ ਵਾਇਲਟ ਰੇਜ਼ ਨੇ, ਸਾਰੀ ਬੋਡੀ ਦੇ ਉੱਪਰ ਜਿੰਨੇ ਕੇਸ ਨੇ ਉਹ ਸਾਨੂੰ ਚਮੜੀ ਦੇ ਕੈਂਸਰ ਤੋਂ ਬਚਾ ਰਹੇ ਨੇ। ਇਹੋ ਜਿਹੀਆਂ ਰਿਸਰਚ ਵੀ ਕਈ ਹੋ ਚੁੱਕੀਆਂ ਨੇ। ਪਰ ਜ਼ਿਆਦਾਤਰ ਅੱਜ ਕੱਲ੍ਹ ਜੇਕਰ ਨਾਈਆਂ ਦੀ ਦੁਕਾਨ ਤੇ ਵੇਖੀਏ ਤੇ ਬਹੁਤ ਭੀੜ ਲੱਗੀ ਹੁੰਦੀ ਹੈ। ਹਾਂਜੀ, ਉਹ ਇਸੇ ਕਰਕੇ ਹੀ ਕਿਉਂਕਿ ਸਾਨੂੰ ਕੋਈ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਉਣ ਵਾਲਾ, ਨੌਜਵਾਨ ਨੂੰ ਸਹੀ ਤਰੀਕੇ ਨਾਲ, ਅਸੀਂ ਨੌਜਵਾਨ ਦੇ ਨਾਲ ਕੋਈ ਜਿੱਦਣਾ ਨਹੀਂ ਹੈ। ਅਸੀਂ ਉਹਨੂੰ ਗੱਲ ਵਕੜੀ ਦੇ ਵਿੱਚ ਰਹਿ ਕੇ ਪਿਆਰ ਦੇ ਨਾਲ ਉਹਨੂੰ ਸਮਝਾਈਏ, ਉਹਨੂੰ ਆਪਾਂ ਅਹਿਸਾਸ ਕਰਾਈਏ ਕਿ ਤੂੰ ਜਿਹੜਾ ਹੈ ਇੱਕ ਗੱਲ ਤੂੰ ਸਮਝਣੀ ਹੈ ਨੌਜਵਾਨ ਨੇ ਕਿ ਸਾਨੂੰ ਹੋਸ਼ ਕਰਨ ਦੀ ਲੋੜ ਹੈ। ਹੋਸ਼ ਕਰੋ, ਹਰ ਚੀਜ਼ ਨੂੰ ਸੋਚੋ, ਵਿਚਾਰ। ਹੈਰਾਨਗੀ ਦੀ ਗੱਲ ਤਾਂ ਇਹ ਹੈ ਨਾ, ਜਦੋਂ ਸਿੱਖਾਂ ਦੇ ਬੱਚੇ ਨਾਈਆਂ ਦੀਆਂ ਦੁਕਾਨਾਂ ਤੇ ਖੜੇ ਹੁੰਦੇ ਨੇ ਤੇ ਸਿੱਖ ਨੂੰ ਕੇਸ ਗੁਰੂ ਦੀ ਮੋਹਰ ਦੱਸਿਆ ਗਿਆ।
ਬਿਲਕੁਲ ਜੀ, ਜਿਹੜੇ ਕੇਸ ਨੇ ਉਹ ਸਿੱਖ ਦੇ ਵਾਸਤੇ ਇੱਕ ਗੁਰੂ ਦੀ ਮੋਹਰ ਹੈ। ਇਹ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਗੁਰੂ ਨੇ ਸਾਡੇ ਵਾਸਤੇ, ਬਾਕੀ ਚੀਜ਼ਾਂ ਇਹਦੇ ਵਿੱਚ ਕੀ ਰਾਜ ਛੁਪਿਆ ਹੋਇਆ ਹੈ ਇਹ ਗੁਰੂ ਜਿਹੜਾ ਸਮਰੱਥ ਹੈ ਉਹ ਖੁਦ ਜਾਣਦਾ ਹੈ। ਪਰ ਸਾਡੇ ਵਾਸਤੇ ਇੱਕ ਜਿਹੜਾ ਹੈ, ਮੈਂ ਕਹਿੰਦਾ ਵੀ ਜੇ ਅਸੀਂ 7 ਦਿਨ ਜਿਹੜੇ ਸ਼ਹੀਦੀ ਦੇ ਦਿਨ ਨੇ, ਉਹ 7 ਦਿਨ ਅਸੀਂ ਉਹਨਾਂ ਨੂੰ, ਸਫਰੇ ਸ਼ਹਾਦਤ ਦੇ ਜਿਹੜੇ ਦਿਨ ਨੇ 7 ਦਿਨ, ਉਹਨਾਂ ਨੂੰ ਅਸੀਂ ਅਹਿਸਾਸ ਕਰੀਏ, ਮਹਿਸੂਸ ਕਰੀਏ। ਇਤਿਹਾਸ ਨੂੰ ਸਿਰਫ ਪੜ੍ਹੀਏ ਨਾ, ਇਤਿਹਾਸ ਨੂੰ ਮਹਿਸੂਸ ਕਰੀਏ। ਜਦੋਂ ਅਸੀਂ ਸਰਹੰਦ ਆਪਣੇ ਬੱਚਿਆਂ ਨੂੰ ਲੈ ਕੇ ਜਾਈਏ, ਉੱਥੋਂ ਦਾ ਜਿਹੜਾ ਇਤਿਹਾਸ ਹੈ ਉਸ ਨੂੰ ਮਹਿਸੂਸ ਕਰੀਏ, ਤੇ ਫਿਰ ਮੇਰੇ ਖਿਆਲ ਨਾਲ ਇਹ ਜਿਹੜਾ ਹੈ ਸਿੱਖ ਦਾ ਇੱਕ ਜਿਹੜਾ ਬੱਚਾ ਹੈ ਜਿਹਦੇ ਅੰਦਰ ਸਿੱਖੀ ਹੈਗੀ ਆ, ਉਹ ਕਦੀ ਵੀ ਜਿਹੜਾ ਹੈ ਨਾਈ ਦੀ ਦੁਕਾਨ ਤੇ ਨਹੀਂ ਜਾਏ। ਜੀ ਬਿਲਕੁਲ, ਜਿਵੇਂ ਗੁਰਬਾਣੀ ਦੇ ਮੁਤਾਬਕ ਇਸ ਗੁਰੂ ਦੀ ਤਾਂ ਮੋਹਰ ਦੱਸਿਆ, ਵਿਗਿਆਨ ਦੇ ਮੁਤਾਬਕ ਕੀ ਦੱਸਿਆ ਇਸ ਨੂੰ? ਦੇਖੋ ਜੀ, ਵਿਗਿਆਨ ਦੇ ਮੁਤਾਬਕ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਵਿਗਿਆਨ ਇਸ ਚੀਜ਼ ਨੂੰ, ਰੋਮਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਸਟੱਡੀਜ਼, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਹਰ ਜਿੰਨੇ ਵੀ ਸਰੀਰ ਦੇ ਉੱਪਰ ਕੇਸ ਨੇ ਉਹਨਾਂ ਦੀ ਕਿੰਨੀ ਜ਼ਿਆਦਾ ਇੰਪੋਰਟੈਂਸ ਹੈ, ਜਿਸ ਜਗ੍ਹਾ ਦੇ ਉੱਤੇ ਵੀ ਹੈਗੇ ਨੇ ਉਹ ਕਿੰਨੀ ਇੰਪੋਰਟੈਂਸ ਰੱਖ ਰਹੇ ਨੇ ਕੇਸ ਸਾਡੇ ਵਾਸਤੇ, ਔਰ ਸਾਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਂਦੇ ਨੇ। ਜੇ ਗੁਰੂ ਸਾਹਿਬ ਨੇ ਇਹ ਵੀ ਕਹਿ ਦਿੱਤਾ ਨਾ ਸਾਨੂੰ ਕਿ ਤੂੰ ਵਾਲ ਨਹੀਂ ਰੰਗਣੇ, ਡਾਈ ਨਹੀਂ ਕਰਨੇ, ਤੇ ਉਹਦੇ ਵਿੱਚ ਵੇਖੋ ਕਿੰਨਾ ਵਿਗਿਆਨ ਛੁਪਿਆ। ਜਿਹੜੇ ਡਾਈ ਕਰਦੇ ਨੇ ਉਹਨਾਂ ਨੂੰ ਸਕਿਨ ਦੀਆਂ ਪ੍ਰੋਬਲਮਸ ਕਈ ਆਉਣ ਲੱਗ ਪੈਂਦੀਆਂ ਨੇ, ਇਹ ਆਪਣੇ ਸਾਹਮਣੇ ਨੇ। ਹਾਂਜੀ, ਪਰ ਸਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ, ਪਰ ਅਸੀਂ ਉਸ ਚੀਜ਼ ਨੂੰ ਜਿਹੜਾ ਹੈ ਅੱਖੋਂ ਓਲੇ ਕਰ ਰਹੇ ਹਾਂ, ਤੇ ਕਿਉਂ ਫੈਸ਼ਨਾਂ ਦੇ ਮਗਰ ਲੱਗ ਕੇ ਔਰ ਉਹਨਾਂ ਚੀਜ਼ਾਂ ਦੇ ਮਗਰ ਲੱਗ ਕੇ ਸਾਨੂੰ ਆਪਣੇ ਜਿਹੜਾ ਹੈਗਾ ਵਿਰਸੇ ਦੇ ਨਾਲ ਜ਼ਰੂਰ ਜੁੜਨਾ ਚਾਹੀਦਾ। ਉਸ ਅਹਿਸਾਸ ਜਦੋਂ ਸ੍ਰਿਸ਼ਟੀ ਦੀ ਸਿਰਜਣਾ ਦੀ ਗੱਲ ਆਉਂਦੀ ਹੈ, ਵੱਖ-ਵੱਖ ਧਰਮਾਂ ਵੱਲੋਂ ਵੱਖ-ਵੱਖ ਸਮਾਂ ਦੱਸਿਆ, ਗੁਰਬਾਣੀ ਮੁਤਾਬਕ ਕੀ ਹੈ? ਹਾਂਜੀ, ਬਹੁਤ ਵਧੀਆ ਜੀ। ਇਹ ਜਿਹੜੀ ਚੀਜ਼ ਹੈਗੀ ਆ, ਵੱਖ-ਵੱਖ ਧਰਮਾਂ ਨੇ ਜਿਹੜਾ ਗੁਰਬਾਣੀ ਦੇ ਵਿੱਚ ਉਸ ਸ੍ਰਿਸ਼ਟੀ ਦੀ ਸਿਰਜਣਾ ਦੇ ਬਾਰੇ, ਮੈਂ ਕਈ ਵਾਰੀ ਕਹਿੰਦਾ ਹੁੰਦਾ, ਗੁਰੂ ਸਾਹਿਬ ਨੇ ਸਪਸ਼ਟ ਦੱਸ ਦਿੱਤਾ ਜਿਹੜੀ ਚੀਜ਼ ਦਾ ਜੋ ਸਾਨੂੰ ਆਨਸਰ ਹੈ। ਕਹਿੰਦੇ ਨੇ ਕਿ ਜਿਹੜਾ ਖੋਜਦਾ ਉਹ ਪ੍ਰਾਪਤ ਕਰ ਲੈਂਦਾ। ਵਿਚਾਰਨ ਵਾਲੀ ਚੀਜ਼ ਹੈ, ਔਰ ਵਿਚਾਰ ਕੇ ਜਿਹੜਾ ਹੈ ਅਸੀਂ ਉਸ ਚੀਜ਼ ਤੱਕ ਪਹੁੰਚ ਸਕਦੇ ਹਾਂ। ਗੁਰਬਾਣੀ ਜਪਜੀ ਸਾਹਿਬ ਅਸੀਂ ਰੋਜ਼ ਪੜ੍ਹਦੇ ਹਾਂ, ਔਰ ਉਹਦੇ ਵਿੱਚ ਗੁਰੂ ਸਾਹਿਬ ਨੇ ਸਪਸ਼ਟ ਕਹਿ ਦਿੱਤਾ ਜੀ, ਕਵਣ ਸੋ ਵੇਲਾ ਵਕਤ ਕਵਣ। ਕਿਹੜਾ ਵੇਲਾ, ਕਿਹੜਾ ਵਕਤ? ਕਵਣ ਸੋ ਵੇਲਾ ਵਕਤ ਕਵਣ, ਕਵਣ ਸੋ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮੋਹ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਵੀ ਉਹ ਵੇਲਾ ਜਿਹੜਾ ਪੰਡਤਾਂ ਨੇ ਨਹੀਂ ਪਾਇਆ, ਜੇ ਪਾਇਆ ਹੁੰਦਾ ਤੇ ਉਹਨਾਂ ਨੇ ਉਹ ਪੁਰਾਣਾਂ ਦੇ ਵਿੱਚ ਲਿਖ ਦੇਣਾ ਸੀ। ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਜੇ ਉਹ ਮੁਸਲਮਾਨ ਕਾਦੀਆਂ ਨੇ ਪਾਇਆ ਹੁੰਦਾ, ਉਹਨਾਂ ਨੇ ਕੁਰਾਨ ਵਿੱਚ ਲਿਖ ਦੇਣਾ ਸੀਗਾ। ਗੁਰੂ ਜੀ ਕਹਿੰਦੇ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਈ। ਕਹਿੰਦੇ ਵੀ ਉਹ ਸਮਾਂ ਉਸ ਸਮੇਂ ਸਮਾਂ ਹੈ ਹੀ ਨਹੀਂ ਸੀ। ਜਦੋਂ ਸ੍ਰਿਸ਼ਟੀ ਦੀ, ਉਹ ਸਮਾਂ ਕਿਹਦੇ ਨਾਲ ਹੈ? ਸੂਰਜ ਦੇ ਨਾਲ। ਸਮਾਂ ਕਿਹਦੇ ਨਾਲ ਹੈ? ਧਰਤੀ ਘੁੰਮ ਰਹੀ ਸੂਰਜ ਦੇ ਦੁਆਲੇ, ਉਹਦੇ ਨਾਲ। ਗੁਰੂ ਸਾਹਿਬ ਕਹਿੰਦੇ ਜਦੋਂ ਸੂਰਜ ਨਹੀਂ ਹੈਗਾ ਸੀ, ਜਦੋਂ ਧਰਤੀ ਨਹੀਂ ਹੈਗੀ ਸੀ, ਫਿਰ ਸਮਾਂ ਵੀ ਨਹੀਂ ਹੈਗਾ ਸੀ। ਉਹ ਉਸ ਨੂੰ ਜਿਹੜਾ ਉਹ ਸੀਗਾ, ਉਹ ਜਦੋਂ ਸ੍ਰਿਸ਼ਟੀ ਦੀ ਰਚਨਾ ਦਾ ਸੀਗਾ, ਉਹ ਕੋਈ ਨਹੀਂ ਜਾਣ ਸਕਦਾ। ਜਿਹੜੇ ਕਹਿੰਦੇ ਪਏ ਨੇ ਅਸੀਂ ਜਾਣ ਲਿਆ, ਉਹ ਉਸ ਤੋਂ ਵੱਡਾ ਝੂਠ ਕੋਈ ਨਹੀਂ ਹੈਗਾ। ਇਸ ਕਰਕੇ ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ। ਆਪ ਗੁਰੂ ਸਾਹਿਬ ਕਹਿੰਦੇ ਉਹ ਆਪ ਹੀ ਜਾਣਦਾ ਵੀ ਉਹਨੇ ਇਸ ਸ੍ਰਿਸ਼ਟੀ ਦੀ ਰਚਨਾ ਕਦੋਂ ਕੀਤੀ। ਤੋਂ ਹਰੇਕ ਚੀਜ਼ ਦਾ ਬਿਲਕੁਲ ਐਗਜ਼ੈਕਟ ਉੱਤਰ ਜੋ ਹੈ ਉਹ ਸਾਨੂੰ ਗੁਰਬਾਣੀ ਵਿੱਚ ਮਿਲ ਰਿਹਾ, ਔਰ ਬਿਲਕੁਲ ਲੌਜੀਕਲੀ ਮਿਲ ਰਿਹਾ ਹੈਗਾ। ਭਾਈ ਪੀਪਾ ਜੀ ਦਾ ਇੱਕ ਸ਼ਬਦ ਆਉਂਦਾ, ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਉਹਦਾ ਵਿਸਥਾਰ ਸਹਿਤ ਜਿਹੜਾ ਗੁਰਬਾਣੀ ਦੇ ਮੁਤਾਬਕ ਜ਼ਰੂਰ ਦੱਸੋ। ਬਿਲਕੁਲ ਜੀ, ਬਿਲਕੁਲ। ਮੈਂ ਤੁਹਾਨੂੰ ਇਸ ਦੇ ਨਾਲ ਇੱਕ ਗੱਲ ਵੀ ਜੁੜੀ ਸੁਣਾਵਾਂਗਾ, ਬੜੀ ਵਧੀਆ। ਇੱਕ ਆਪਣੇ ਆਪ ਦੇ ਵਿੱਚ ਗੁਰਬਾਣੀ ਦੇ ਵਿੱਚ ਇੱਕ ਇਹੋ ਜਿਹੀ ਮੋਟੀਵੇਸ਼ਨਲ ਪਾਵਰ ਹੈ ਜਿਹੜੀ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕਰ ਦਿੰਦੀ ਹੈ, ਬਹੁਤ ਵੱਡੇ ਲੈਵਲ ਤੱਕ ਸਾਨੂੰ ਉਹ ਮੋਟੀਵੇਟ ਕਰਕੇ ਔਰ ਸਾਨੂੰ ਦੁਨੀਆ ਦੀਆਂ ਬੁਲੰਦੀਆਂ ਤੱਕ ਪਹੁੰਚਾਉਂਦੀ ਹੈ। ਦੇਖੋ ਇਸ ਸ਼ਬਦ ਦੇ ਵਿੱਚ, ਆਪਣੇ ਆਪ ਦੇ ਵਿੱਚ ਹੀ, ਕਿਸੇ ਨੇ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਜੀ ਸਵਾਲ। ਕ੍ਰਿਕਟਰ, ਆਪਾਂ ਨੂੰ ਪਤਾ ਬੜੇ ਮਹਾਨ ਕ੍ਰਿਕਟਰ ਰਹੇ ਨੇ, ਫਿਰ ਉਹਨਾਂ ਨੇ ਚਲੋ ਸਿਆਸਤ ਦੇ ਵਿੱਚ ਵੀ ਆਏ, ਉਹ ਹਾਸੇ ਵਗੈਰਾ, ਉਹ ਕਾਮੇਡੀਅਨ ਸੀਰੀਅਲਸ ਦੇ ਵਿੱਚ ਵੀ ਆਏ ਨੇ, ਆਪਾਂ ਦੇਖਦੇ ਹਾਂ ਟੀਵੀ ਪ੍ਰੋਗਰਾਮਸ ਦੇ ਵਿੱਚ। ਕਿਸੇ ਨੇ ਉਹਨਾਂ ਨੂੰ ਸਵਾਲ ਕੀਤਾ, ਨਵਜੋਤ ਸਿੰਘ ਸਿੱਧੂ ਜੀ, ਜਦੋਂ ਤੁਸੀਂ ਕ੍ਰਿਕਟ ਖੇਡਦੇ ਸੀ ਉਦੋਂ ਤਾਂ ਤੁਸੀਂ ਬਿਲਕੁਲ ਬੋਲਦੇ ਵੀ ਨਹੀਂ ਸੀਗੇ, ਤੇ ਹੁਣ ਤੁਸੀਂ ਚੁੱਪ ਨਹੀਂ ਹੁੰਦੇ। ਤੇ ਉਹਨਾਂ ਨੇ ਜਵਾਬ ਦਿੱਤਾ, ਉਹਨਾਂ ਨੇ ਉਸ ਸਮੇਂ ਗੁਰਬਾਣੀ ਦੀ ਇਹ ਵਾਲੀ ਪੰਕਤੀ ਦੱਸੀ, ਜੋ ਬ੍ਰਹਿਮੰਡੇ ਸੋਈ ਪਿੰਡੇ। ਉਹਨਾਂ ਨੇ ਕਿਹਾ, ਕਹਿੰਦੇ ਇਸ ਸਰੀਰ ਦੇ ਵਿੱਚ ਇੰਨੀ ਸਮਰੱਥਾ ਹੈ। ਮੈਂ ਫਿਰ ਇਹਨੂੰ ਕੋਸ਼ਿਸ਼ ਕੀਤੀ, ਮੈਂ ਕਿਹਾ ਇਹਨੂੰ ਵਿਗਿਆਨ ਨਾਲ ਕਿਵੇਂ ਆਪਾਂ ਕੋਰਿਲੇਟ ਕਰ ਸਕਦੇ ਹਾਂ ਵੀ ਜੋ ਬ੍ਰਹਿਮੰਡੇ। ਫਿਰ ਤੁਸੀਂ ਦੇਖੋ ਬ੍ਰਹਿਮੰਡ ਦੇ ਵਿੱਚ ਕੀ ਆ, ਹੈਗਾ ਤਾਂ ਸਾਰਾ ਤੱਤ ਹੀ ਨੇ, ਹਰੇਕ ਚੀਜ਼ ਤੱਤਾਂ ਦੀ ਬਣੀ ਹੋਈ ਹੈ। ਉਸ ਬ੍ਰਹਿਮੰਡ ਦੇ ਵਿੱਚ 2 ਮੇਨ ਤੱਤ ਨੇ ਜੀ, ਹਾਈਡਰੋਜਨ ਤੇ ਆਕਸੀਜਨ ਤੇ ਕਾਰਬਨ। ਇਹ 3 ਤੱਤ ਜਿਹੜੇ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਇਸ ਬ੍ਰਹਿਮੰਡ ਦੇ ਵਿੱਚ ਸਮਾਏ ਹੋਏ ਨੇ। ਤੋ ਇਹੀ 3 ਤੱਤ ਸਾਡੇ ਇਸ ਸਰੀਰ ਦੇ ਵਿੱਚ ਵੀ ਨੇ, ਕਾਰਬਨ, ਹਾਈਡਰੋਜਨ ਤੇ ਆਕਸੀਜਨ।
ਇਹੀ ਤਿੰਨ ਬ੍ਰਹਿਮੰਡ ਦੇ ਵਿੱਚ ਨੇ, ਸਾਰੇ ਬ੍ਰਹਿਮੰਡ ਵਿੱਚ ਇਹ ਤੱਤ ਨੇ। ਜਿਹੜੇ ਤੱਤ ਬ੍ਰਹਿਮੰਡ ਵਿੱਚ ਹੈ ਉਹੀ ਤੱਤ ਸਾਡੇ ਸਰੀਰ ਵਿੱਚ ਹੈ। ਦੇਖੋ ਭਗਤ ਪੀਪਾ ਜੀ ਦੇਖੋ ਕਹਿੰਦੇ ਵੀ ਉਹ ਸਹਿਜ ਸੁਭਾਅ ਬੋਲਦੇ ਨੇ ਔਰ ਉਹ ਸੱਚ ਹੋ ਜਾਂਦੀ ਚੀਜ਼ ਕਿ ਜੋ ਬ੍ਰਹਿਮੰਡ ਵਿੱਚ ਹੈ ਉਹੀ ਇਸ ਸਰੀਰ ਦੇ ਵਿੱਚ ਹੈ। ਤੋ ਜਿਹੜੀ ਤੱਤਾਂ ਦਾ ਇਹ ਬ੍ਰਹਿਮੰਡ ਬਣਿਆ ਉਹਨਾਂ ਤੱਤਾਂ ਦਾ ਹੀ ਇਹ ਸਾਡਾ ਸਰੀਰ ਬਣਿਆ। ਬਾਕੀ ਮੈਂ ਇੱਕ ਚੀਜ਼ ਹੋਰ ਤੁਹਾਡੇ ਚੈਨਲ ਦੇ ਦੁਆਰਾ ਜ਼ਰੂਰ ਸੰਗਤਾਂ ਨੂੰ ਕਹਾਂਗਾ ਕਿ ਵੀ ਕਿਸੇ ਵੀ ਚੀਜ਼ ਦਾ ਦਾਅਵਾ ਨਹੀਂ ਹੈ। ਦੇਖੋ ਗੁਰਬਾਣੀ ਅਰਥ ਅਸੀਂ ਆਪਣੀ ਬੁੱਧੀ ਨਾਲ ਕਰ ਸਕਦੇ ਹਾਂ, ਪਰ ਇਸ ਦੇ ਮਗਰ ਜਿਹੜੇ ਇਹਦੇ ਅਸਲ ਅਰਥ ਨੇ ਜਾਂ ਇਸ ਤੋਂ ਵੀ ਅਗਲੇ ਅਰਥ ਨੇ ਉਹ ਗੁਰੂ ਦੇ ਨਾਲ ਕੋਈ ਬਹੁਤ ਜ਼ਿਆਦਾ ਜੁੜਿਆ ਹੋਇਆ ਇਨਸਾਨ, ਕੋਈ ਸੰਤ ਆਤਮਾ ਹੀ ਉਹਨਾਂ ਅਰਥਾਂ ਨੂੰ ਪੂਰੀ ਤਰ੍ਹਾਂ ਖੋਲ ਸਕਦੀ ਹੈ। ਅਸੀਂ ਸਿਰਫ ਆਪਣੀ ਬੁੱਧੀ ਦੇ ਅਨੁਸਾਰ ਇਹਦੇ ਕਰ ਸਕਦੇ ਹਾਂ ਜੀ ਕਥਨ। ਇਹ ਤਾਂ ਇੱਕ ਜਿਵੇਂ ਕਹਿੰਦੇ ਨਾ ਗਿਆਨ ਦਾ ਸਾਗਰ ਹੈ, ਡੁਬਕੀ ਲਾ ਕੇ ਜਿੰਨੇ ਕੁ ਅਸੀਂ ਖਿੱਚ ਲਿਆਵਾਂਗੇ ਉਸ ਅਨੁਸਾਰ ਅਸੀਂ ਇਹਨਾਂ ਚੀਜ਼ਾਂ ਦੇ ਅਰਥ ਕਰ ਸਕਦੇ ਹਾਂ। ਅਸਲ ਦੇ ਵਿੱਚ ਇਹਨਾਂ ਦੇ ਮਗਰ ਕੀ ਛੁਪਿਆ ਹੋਇਆ ਔਰ ਕੀ ਇਹਨਾਂ ਦੇ ਵਿੱਚ ਹੈ ਉਹ ਗੁਰੂ ਸਾਹਿਬ ਆਪ ਜਾਣਦੇ ਨੇ ਜਾਂ ਉਹ ਪ੍ਰਮਾਤਮਾ ਅਕਾਲ ਪੁਰਖ ਆਪ ਜਾਣਦਾ, ਕਿਉਂਕਿ ਇਹ ਧੁਰ ਕੀ ਬਾਣੀ ਹੈ, ਇਹ ਜਿੱਥੋਂ ਆਈ ਹੈ ਅਸੀਂ ਸਾਡੀ ਜਿੰਨੀ ਕੁ ਪਹੁੰਚ ਹੈ ਆਪਾਂ ਉਸ ਤਰੀਕੇ ਨਾਲ ਇੱਥੋਂ ਖੋਜ ਲੈਂਦੇ ਹਾਂ ਜੀ। ਜ਼ਿਆਦਾਤਰ ਪ੍ਰਚਾਰਕ ਵੀ ਅੱਜ ਕੱਲ੍ਹ ਨਾ ਇਸ ਚੀਜ਼ 'ਚ ਉਲਝਦੇ ਜਾਂਦੇ ਨੇ ਕਿ ਵਿਗਿਆਨ ਕੀ ਆ ਤੇ ਧਰਮ ਕੀ ਆ, ਉਹਨਾਂ 'ਚ ਚੀਜ਼ਾਂ 'ਚ ਉਲਝਦੇ ਜਾਂਦੇ। ਤੁਹਾਨੂੰ ਲੱਗਦਾ ਨਹੀਂ ਇਹਨਾਂ ਚੀਜ਼ਾਂ 'ਚੋਂ ਨਿਕਲ ਕੇ ਸਾਨੂੰ ਜਿਹੜੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਜੀ ਦਿੱਤੀ ਉਹ ਸਿੱਖਿਆ ਹੀ ਦੇਣੀ ਚਾਹੀਦੀ ਹੈ? ਮੈਂ ਕਹਿੰਦਾ ਜੀ ਇੰਨਾ ਕੁਝ ਖੋਜਣ ਵਾਲਾ ਹੈ ਹਾਲੇ ਜਿਹੜਾ ਕਿ ਅਸੀਂ ਸੋਚ ਵੀ ਨਹੀਂ ਸਕਦੇ। ਔਰ ਮੈਂ ਕਹਿੰਦਾ ਸਾਰਿਆਂ ਨੂੰ ਬਿਨਾਂ ਕਿਸੇ ਇਹਨਾਂ ਵਿਵਾਦਾਂ ਦੇ ਵਿੱਚ ਉਲਝਣ ਦੀ ਬਜਾਏ ਸਾਨੂੰ ਸੁਚੇਤ ਰੂਪ ਦੇ ਵਿੱਚ ਮੈਸੇਜ ਦੇਣਾ ਚਾਹੀਦਾ ਜੋ ਗੁਰਬਾਣੀ ਦੇ ਵਿੱਚ ਹੈ। ਸਾਡੇ ਖਾਸ ਤੌਰ ਤੇ ਜਿਹੜੇ ਸਾਡੇ ਕਥਾਵਾਚਕ ਨੇ ਉਹਨਾਂ ਨੂੰ ਬਿਲਕੁਲ ਗੁਰਬਾਣੀ ਦੀ ਨਿਰੋਲ ਜਿਹੜੀ ਹੈ ਉਹ ਵਿਆਖਿਆ ਕਰਨੀ ਚਾਹੀਦੀ ਹੈ, ਕਿਉਂਕਿ ਇਸ ਚੀਜ਼ ਨੇ ਗੁਰਬਾਣੀ ਜੋ ਹੈ ਇਹ ਜੱਗ ਦੇ ਵਿੱਚ ਚਾਨਣ ਹੈ। ਔਰ ਇਹ ਲੋਕਾਂ ਨੂੰ ਇਹੋ ਜਿਹੀਆਂ ਚੀਜ਼ਾਂ ਨੇ ਮੈਂ ਕਈ ਵਾਰੀ ਸੋਚਦਾ ਵੀ ਇਹ ਅਸੀਂ ਅੱਜ ਤੱਕ ਸੁਣੀਆਂ ਵੀ ਨਹੀਂ ਵੀ ਗੁਰਬਾਣੀ ਦੇ ਵਿੱਚ ਕਿ ਚੰਦ ਦੇਖੋ ਇਹੋ ਜਿਹੀਆਂ ਗੱਲਾਂ ਸਾਨੂੰ ਬੱਚਿਆਂ ਨੂੰ ਦੱਸਣੀਆਂ। ਚੰਦ ਸੂਰਜ ਦੂਏ ਦੀਪਕ ਰਾਖੇ, ਸੱਸ ਘਰ ਸੂਰ ਸਮਾਇਂਦਾ। ਮੈਂ ਹੈਰਾਨ ਹੋ ਗਿਆ ਬਈ ਚੰਦਰਮਾ ਦਾ ਜੋ ਹੈ ਉਹ ਆਪਣਾ ਪ੍ਰਕਾਸ਼ ਨਹੀਂ ਹੈ। ਗੁਰੂ ਸਾਹਿਬ ਨੇ ਇਹਦਾ ਵੀ ਜ਼ਿਕਰ ਕੀਤਾ ਹੈ ਵੀ ਸੂਰਜ ਦਾ ਆਪਣਾ ਪ੍ਰਕਾਸ਼ ਹੈ, ਜਿਹੜਾ ਚੰਦਰਮਾ ਦੇ ਘਰੇ ਪ੍ਰਕਾਸ਼ ਹੈ ਉਹ ਸੂਰਜ ਤੋਂ ਆ ਰਿਹਾ। ਤੇ ਬਿਲਕੁਲ ਸਹੀ ਗੱਲ ਹੈ। ਇਸ ਬ੍ਰਹਿਮੰਡ ਦੇ ਵਿੱਚ ਇੱਕ ਸੂਰਜ ਜਾਂ ਤਾਰਾ ਸੂਰਜ ਵੀ ਇੱਕ ਤਾਰਾ ਹੀ ਹੈ, ਉਹਨਾਂ ਕੋਲ ਸਿਰਫ ਆਪਣਾ ਪ੍ਰਕਾਸ਼ ਹੈ। ਤੇ ਚੰਦਰਮਾ ਦੇ ਕੋਲ ਆਪਣਾ ਸੱਸ ਘਰ ਸੂਰ ਸਮਾਇਂਦਾ। ਸੱਸ ਕਹਿੰਦੇ ਨੇ ਚੰਦਰਮਾ ਨੂੰ, ਸੂਰ ਕਹਿੰਦੇ ਸੂਰਜ ਨੂੰ। ਬਈ ਸੱਸ ਚੰਦਰਮਾ ਦੇ ਘਰੇ ਸੂਰਜ ਦਾ ਪ੍ਰਕਾਸ਼ ਹੈ। ਇੱਥੋਂ ਤਿੱਕਰ ਉਹ ਗਿਆਨ ਆਪਾਂ ਨੂੰ ਦਿੱਤਾ ਹੋਇਆ ਹੈ। ਔਰ ਇਹਦਾ ਇੱਕ ਚੀਜ਼ ਹੋਰ ਵੀ ਜੁੜਦੀ ਜੇ, ਇਹਨੂੰ ਚੀਜ਼ ਦੇਖੋ ਅਸੀਂ ਅੱਜ ਵਿਕਾਰਾਂ ਦੇ ਨਾਲ ਸਾਡਾ ਹਿਰਦਾ ਜਿਹੜਾ ਉਹ ਤਪਿਆ ਹੋਇਆ ਹੈ। ਅਸੀਂ ਖਪੇ ਹੋਏ ਹਾਂ ਵਿਕਾਰਾਂ ਦੇ ਵਿੱਚ, ਮਾਇਆ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਸਾਡਾ ਹਿਰਦਾ ਤਪਿਆ ਹੋਇਆ। ਗੁਰੂ ਸਾਹਿਬ ਕਹਿੰਦੇ ਉਹਦੀ ਠੰਡ ਕਿਵੇਂ ਤੁਸੀਂ ਇਸ ਤਪਦੇ ਹਿਰਦੇ ਨੂੰ ਤੁਸੀਂ ਕਿਵੇਂ ਸ਼ੀਤਲ ਕਰ ਸਕਦੇ ਜੇ, ਠੰਡਾ ਕਰ ਸਕਦੇ ਜੇ। ਉਹ ਉਹਨਾਂ ਨੇ ਦੱਸਿਆ ਜਿਵੇਂ ਸੂਰਜ ਦਾ ਪ੍ਰਕਾਸ਼, ਸੂਰਜ ਤਾਂ ਤਪਿਆ ਹੋਇਆ ਗੈਸਾਂ ਦਾ ਗੋਲਾ, ਜਿਵੇਂ ਸੂਰਜ ਤਪਿਆ ਹੋਇਆ ਉਹਦਾ ਪ੍ਰਕਾਸ਼ ਚੰਦਰਮਾ ਦੇ ਘਰੇ ਜਦੋਂ ਚੱਲ ਜਾਂਦਾ ਉਹ ਠੰਡਾ ਹੁੰਦਾ। ਚੰਦਰਮਾ ਦਾ ਪ੍ਰਕਾਸ਼ ਠੰਡਾ, ਸੂਰਜ ਦਾ ਗਰਮ ਹੈ। ਉਵੇਂ ਹੀ ਇਹ ਜਿਹੜਾ ਵਿਕਾਰਾ ਰੂਪੀ ਸਾਡਾ ਹਿਰਦਾ ਹੈ ਜਦੋਂ ਗੁਰੂ ਦੇ ਨਾਲ, ਗੁਰੂ ਦੇ ਸ਼ਬਦ ਨਾਲ ਜੁੜ ਜਾਏਗਾ ਉਹ ਠੰਡਕ ਅੰਦਰ ਵਰਤੇਗੀ। ਗੁਰੂ ਦਾ ਸ਼ਬਦ ਜਦੋਂ ਅੰਦਰ ਜਾਏਗਾ ਉਹ ਠੰਡਕ ਵਰਤੇਗੀ। ਜਿਵੇਂ ਸੂਰਜ ਦੀ ਗਰਮੀ ਚੰਦਰਮਾ ਦੇ ਘਰੇ ਜਾ ਕੇ ਠੰਡ ਵਰਤਾਂਦੀ ਹੈ। ਇਹੋ ਜਿਹੇ ਲੌਜਿਕ ਨੇ ਜਿਹੜੇ ਸਾਡੇ ਪ੍ਰਚਾਰਕਾਂ ਨੂੰ ਮੈਂ ਸੋਚਦਾ ਵਾਂ ਗੁਰਬਾਣੀ ਦੇ ਵਿੱਚੋਂ ਕੱਢ ਕੇ ਸਾਨੂੰ ਨੌਜਵਾਨਾਂ ਦੇ ਨਾਲ ਔਰ ਸੰਗਤ ਦੇ ਨਾਲ ਸਾਨੂੰ। ਔਰ ਇੱਕ ਗੱਲ ਹੋਰ ਅਸੀਂ ਸੋਚਦੇ ਹਾਂ ਕਿ ਨੌਜਵਾਨ ਜਿਹੜਾ ਉਹ ਤੁਹਾਡੇ ਕੋਲ ਨਹੀਂ ਆਏਗਾ। ਜਿਹੜਾ ਨੌਜਵਾਨ ਹੈ ਉਹ ਤੁਹਾਡੇ ਪ੍ਰਵਚਨ ਸੁਣਨ ਨਹੀਂ ਆਏਗਾ। ਮਾਫ ਕਰਨਾ, ਇਹ ਅਸੀਂ ਦੇਖਿਆ। ਸਾਨੂੰ ਉਹਦੇ ਕੋਲ ਜਾਣਾ ਪਏਗਾ, ਸਾਨੂੰ ਉਹਦੀ ਭਾਸ਼ਾ ਦੇ ਵਿੱਚ, ਸਾਨੂੰ ਉਹਦੀ ਲੈਂਗੁਏਜ ਦੇ ਵਿੱਚ, ਸਾਨੂੰ ਉਹਦੀ ਬੋਲੀ ਦੇ ਵਿੱਚ ਨੌਜਵਾਨ ਕੀ ਚਾਹੁੰਦਾ ਹੈ ਉਹਦੇ ਅਨੁਸਾਰ ਸਾਨੂੰ ਉਹਦੇ ਕੋਲ ਅਪਰੋਚ ਕਰਨੀ ਪਏਗੀ। ਸਾਡੇ ਵਿਦਵਾਨਾਂ ਨੂੰ, ਸਾਡੇ ਪ੍ਰਚਾਰਕਾਂ ਨੂੰ ਇਸ ਚੀਜ਼ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਅਸੀਂ ਨੌਜਵਾਨ ਤੱਕ ਅਪਰੋਚ ਕਿਵੇਂ ਕਰ ਸਕਦੇ ਹਾਂ, ਅਸੀਂ ਉਹਦੇ ਤੱਕ ਕਿਵੇਂ ਪਹੁੰਚ ਸਕਦੇ ਹਾਂ, ਸਾਨੂੰ ਉਹਦੇ ਕੋਲ ਜਾਣਾ ਪਏਗਾ, ਉਹ ਸਾਡੇ ਕੋਲ ਨਹੀਂ ਆਏਗਾ ਜੀ। ਇਹ ਸਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੁੱਖ ਸੇਵਾਦਾਰ ਤੇ ਸਾਇੰਸ ਦੇ ਟੀਚਰ, ਵਿਗਿਆਨ ਦੇ ਟੀਚਰ, ਵਿਗਿਆਨ ਦੇ ਅਧਿਆਪਕ ਕਹਿ ਦਿੰਦੇ ਆਪਾਂ ਪੰਜਾਬੀ ਦੇ ਵਿੱਚ, ਜਿਨ੍ਹਾਂ ਬੜੇ ਹੀ ਸੁਚੱਜੇ ਢੰਗ ਦੇ ਨਾਲ ਗੁਰਬਾਣੀ ਤੇ ਵਿਗਿਆਨ ਦੇ ਵਿੱਚ ਅੰਤਰ ਕੀ ਨੇ, ਫਰਕ ਕੀ ਨੇ, ਕਿਵੇਂ ਸਾਨੂੰ ਉਲਝਾਇਆ ਜਾ ਰਿਹਾ ਹੈ ਕਿ ਵਿਗਿਆਨ ਤਰੱਕੀ ਕਰ ਗਿਆ, ਵਿਗਿਆਨ ਦਾ ਯੁੱਗ ਆ ਗਿਆ। ਪਰ 550 ਸਾਲ ਪਹਿਲਾਂ ਗੁਰੂ ਪਾਤਸ਼ਾਹ ਨੇ, 500 ਸਾਲ ਪਹਿਲਾਂ ਭਗਤਾਂ ਨੇ ਜੋ ਕੁਛ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਹੈ, ਅੱਜ ਵੀ ਸਾਇੰਸ ਉਸ ਨੂੰ ਲੱਭ ਰਹੀ ਹੈ, ਕਈ ਚੀਜ਼ਾਂ 'ਤੇ ਖੋਜ ਕਰ ਰਹੀ ਹੈ, ਕਈਆਂ ਚੀਜ਼ਾਂ 'ਤੇ ਖੋਜ ਕਰ ਚੁੱਕੀ ਹੈ, ਕਈ ਚੀਜ਼ਾਂ 'ਤੇ ਉਹਨਾਂ ਦੀ ਸਹਿਮਤੀ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਪ੍ਰਗਟਾਈ ਵੀ ਗਈ ਹੈ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।